ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਭਾਗੀ ਗੋਤ ਸਾਹਿਬਾਂ ਦੇ ਵਿੱਚ ਬੜੇ ਹੀ ਪ੍ਰੇਮ ਦੇ ਨਾਲ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਸਤ ਸੰਗ ਦੀਆਂ ਘੜੀਆਂ ਮਿਲੀਆਂ ਨੇ। ਆਓ ਇਹਨਾਂ ਨੂੰ ਸਫਲਿਆਂ ਬਣਾਈਏ। ਚੱਲ ਰਹੀ ਸਤਿਗੁਰਾਂ ਦੀ ਪਾਵਨ ਜੀਵਨ ਕਥਾ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਫ਼ਰ ਦੌਰਾਨ ਚੱਲਦੇ ਹੋਏ ਕੈਸੇ ਜੰਗਲ ਵਿੱਚ ਪਹੁੰਚੇ ਆ ਜੋ ਫਲਾਂ ਦੇ ਨਾਲ ਤੇ ਜ਼ਰੂਰ ਭਰਿਆ ਹੋਇਆ ਹੈ, ਪਰ ਪਸ਼ੂ ਪਕਸ਼ੀ ਕੋਈ ਨਜ਼ਰ ਨਹੀਂ ਆਉਂਦਾ। ਕੁਝ ਘੜੀਆਂ ਬਤੀਤ ਕਰਨ ਤੋਂ ਬਾਅਦ ਭਾਈ ਮਰਦਾਨਾ ਜੀ ਆਖਣ ਲੱਗੇ, ਸਾਹਿਬ ਜੀ ਆਗਿਆ ਦੇ ਦਿਓ, ਕੁਝ ਛਕ ਆਵਾਂ। ਮਰਦ ਕਹਿੰਦੇ ਨਹੀਂ ਜਾਣਾ। ਬੜਾ ਕੁਝ ਬੋਲੇ, ਬਾਬਾ ਤੂੰ ਆਪ ਤੇ ਉਜੜਿਆ, ਮੈਨੂੰ ਵੀ ਉਜਾੜ ਚਲੇ। ਕੀ ਖਟਿਆ ਮੈਂ ਤੁਸਾਂ ਦੇ ਨਾਲ ਰਹਿ ਕੇ। ਆਖਰਕਾਰ ਬੁੜਬੁੜ ਕਰਦੇ ਗੁੱਸੇ ਵਿੱਚ ਆ ਕੇ ਭਾਈ ਮਰਦਾਨਾ ਜੀ ਇੱਕ ਰੁੱਖ ਵੱਲ ਵਧੇ ਨੇ ਜੀ, ਤੇ ਰੰਗ ਬਰੰਗੇ ਫਲ ਜਿਨ੍ਹਾਂ ਤੇ ਲੱਗੇ ਫਲ ਤੋੜੇ ਨੇ, ਪੇਟ ਭਰਿਆ, ਲਾਲਚ ਵਾਸਤੇ ਅੱਗੇ ਹੋ ਕੇ ਜਾ ਰਹੇ ਨੇ। ਸਤਿਗੁਰਾਂ ਨੇ ਬੜੀ ਵਾਰ ਰੋਕਿਆ ਸੀ, ਮਰਦਾਨਿਆ ਨਾ ਜਾਈ। ਆਗਿਆ ਕਿਉਂ ਨਹੀਂ ਸੀ ਦੇ ਰਹੇ, ਉਹਦਾ ਕਾਰਨ ਸੀ। ਇਹਨਾਂ ਸਾਰੇ ਪ੍ਰਸੰਗਾਂ ਨੂੰ ਆਪ ਜੀ ਨੇ ਕੱਲ ਵਿਸਥਾਰ ਸਹਿਤ ਸਰਵਣ ਕੀਤਾ। ਆਓ ਕੁਝ ਸਮਾਂ ਮਨ ਵਿਰਤੀਆਂ ਨੂੰ ਇਕਾਗਰ ਚਿਤ ਬਣਾਈਏ। ਪਾਓ ਪ੍ਰੇਮ ਦੀ ਸਾਂਝ। ਪ੍ਰੇਮ ਬਖਸ਼ੋ ਗਜਵਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਰ ਸਮਾਨ ਜਿਹ ਦੇਹ ਕਰਲਾ ਉਬੈ ਕੋਸ ਲੋਬਾਹੋ ਬਿਸਲਾ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਾ ਮੰਨੀ ਭਾਈ ਮਰਦਾਨਾ ਜੀ ਨੇ, ਹੈ ਤੇ ਸੱਚੇ ਪਾਤਸ਼ਾਹ ਜੀ ਦਾ ਚੂਜ ਹੈ, ਸਾਹਿਬਾਂ ਦੀ ਖੇਡ ਹੈ। ਬਣ ਵਿੱਚ ਜੰਗਲ ਵਿੱਚ ਅੱਗੇ ਵਧੇ ਨੇ, ਰੁੱਖਾਂ ਦੇ ਫਲਾਂ ਨੂੰ ਤੋੜ ਕੇ ਖਾ ਰਹੇ ਨੇ, ਨਾਲੇ ਉਲਾਂਭੇ ਦਿੰਦੇ ਨੇ। ਜੇ ਮੈਂ ਬਾਬਾ ਜੀ ਦਾ ਕਹਿਣਾ ਮੰਨ ਲੈਂਦਾ ਤੇ ਆ ਮਿੱਠੇ ਮਿੱਠੇ ਫਲ ਨਹੀਂ ਸੀ ਬਣਨੇ। ਪਰ ਭਾਈ ਮਰਦਾਨਾ ਜੀ ਆਉਣ ਵਾਲੀ ਵਿਪਤਾ ਤੋਂ ਅਣਜਾਣ ਹਨ। ਇੱਕ ਬਹੁਤ ਵੱਡਾ ਦੈਂਤ ਜਿਹਦਾ ਸਰੀਰ ਪਹਾੜਾਂ ਤੋਂ ਵੀ ਵੱਡਾ ਹੈ, ਕਾਲਾ ਜਿਹਾ ਰੰਗ ਹੈ, ਜਿਸ ਦੇ ਖੜੇ ਹੋਣ ਦਾ ਭਾਵ ਵੀ ਨਹੀਂ ਪਤਾ ਲੱਗਦਾ ਵੀ ਇਹ ਪਰਬਤ ਹੈ ਜਾਂ ਕੋਈ ਰਾਖਸ਼ ਹੈ। ਉਹਦੀ ਨਜ਼ਰ ਭਾਈ ਮਰਦਾਨਾ ਜੀ ਤੇ ਪਈ, ਬੜਾ ਖੁਸ਼ ਹੋਇਆ ਏ। ਸਿਰ ਪਰ ਸ਼੍ਰਿੰਗ ਖਜੂਰ ਸਮਾਨਾ, ਗਿਰ ਕੰਦਰ ਸੀਨਾਸ ਪਰਮਾਨਾ। ਜਿਸ ਰਾਖਸ਼ ਦੀਆਂ ਨਾਸਾਂ ਕਹਿੰਦੇ ਇੰਨੀਆਂ ਵੱਡੀਆਂ ਨੇ ਜਿਵੇਂ ਬਹੁਤ ਵੱਡੀਆਂ ਕੈਨਾਲ ਹੋਣ, ਟਨਲ ਹੋਣ, ਗੁਫਾਵਾਂ ਹੋਣ। ਸਿਰੇ ਉੱਤੇ ਖਜੂਰ ਦੇ ਰੂਪ ਵਰਗਾ ਇੱਕ ਸਿੰਘ ਲੱਗਿਆ। ਇਹ ਦੈਂਤਾਂ ਦੀ ਨਿਸ਼ਾਨੀ। ਰੰਗ ਕਾਲਾ ਸ਼ਾ, ਵੱਡੇ ਵੱਡੇ ਦੰਦ ਨੇ, ਸਿਰੇ ਉੱਤੇ ਲੱਗਿਆ ਖਜੂਰ ਜਿਹਾ ਫੁੱਲਾ ਸਿੰਘ। ਇਹਦੀ ਸ਼ੋਭਾ ਨੂੰ ਹੋਰ ਭਿਆਨਕ ਕਰਦਾ। ਇਹ ਬੜੀ ਉੱਚੀ ਗਰਜਵੀ ਆਵਾਜ਼ ਇਹਨੇ ਭਾਈ ਮਰਦਾਨਾ ਜੀ ਨੂੰ ਵੇਖ ਮਾਰੀ, ਖੁਸ਼ੀ ਚ ਦਹਾੜਿਆ ਏ।
ਨਾਟਤ ਉਸਟ ਸੁਦਾ ਮਹਾਨਾ, ਤੇਹ ਨੇ ਦੇਖਾ ਜਬ ਮਰਦਾਨਾ। ਇਸ ਪਹਾੜ ਨੂੰ ਇਹਨੇ ਇਦਾਂ ਟੱਪਿਆ ਜਿਵੇਂ ਕੋਈ ਮਿੱਟੀ ਦੀ ਢੇਰੀ ਟੱਪਦਾ ਹੋਵੇ। ਭਾਈ ਮਰਦਾਨਾ ਜੀ ਨੂੰ ਵੇਖ ਉਸ ਪਾਸੇ ਵਧਿਆ, ਗਰਜ ਕੇ ਖੁਸ਼ ਹੋਇਆ, ਚੱਲ ਸ਼ੁਕਰ ਹੈ ਕੋਈ ਤੇ ਸ਼ਿਕਾਰ ਮਿਲਿਆ। ਵੱਡਾ ਹੋਵੇ ਛੋਟਾ ਹੋਵੇ ਗੱਲ ਮੈਨੇ ਨਹੀਂ ਰੱਖਦੀ, ਮਿਲ ਜਾਣ ਦੀ ਖੁਸ਼ੀ ਨਾ ਮਿਲਣ ਤੋਂ ਵੱਡੀ ਹੁੰਦੀ ਹੈ। ਪੂਰਨ ਗੈ ਕਰ ਤਬ ਨਿਜ ਪਾਨਾ, ਮੁਖ ਮਹਿ ਖਾਵਾ ਔਰ ਸਮਾਨਾ। ਪਰ ਭਾਈ ਮਰਦਾਨਾ ਜੀ ਨੇ ਇਸ ਦੈਂਤ ਨੂੰ ਨਹੀਂ ਵੇਖਿਆ। ਲੱਗਦਾ ਬੱਦਲ ਗਰਜਦੇ ਨੇ, ਖਾਣ ਦੇ ਲੱਭ ਵਿੱਚ ਲੰਬੜ ਰਾਖਸ਼ ਜੰਗਲਾਂ ਨੂੰ ਤੋੜਦਾ ਹੋਇਆ, ਪੈਰਾਂ ਥੱਲੇ ਮਧੂੜਦਾ ਹੋਇਆ ਭਾਈ ਮਰਦਾਨਾ ਜੀ ਦੇ ਪਾਸ ਆਇਆ। ਸੱਜਾ ਹੱਥ ਅੱਗੇ ਕੀਤਾ, ਇਦਾਂ ਚੁੱਕ ਲਿਆ ਜਿਵੇਂ ਧਰਤੀ ਤੋਂ ਪੱਥਰ ਚੁੱਕੀ ਹੈ। ਮੂੰਹ ਖੋਲਿਆ, ਦਹਾੜ ਕੇ ਮੂੰਹ ਅੱਡਿਆ। ਭਾਈ ਮਰਦਾਨਾ ਜੀ ਨੂੰ ਹੱਥ ਨਾਲ ਫੜਿਆ, ਚਲਾ ਕੇ ਮੂੰਹ 'ਚ ਮਾਰਿਆ, ਮੂੰਹ ਦੇ ਅੰਦਰ, ਜਿਵੇਂ ਮੱਕੀ ਦੇ ਦਾਣੇ ਆਪਾਂ ਮੂੰਹ ਵਿੱਚ ਸੁੱਟ ਲੈਂਦੇ ਆ। ਇਸ ਪ੍ਰਕਾਰ ਭਾਈ ਮਰਦਾਨਾ ਜੀ ਇੰਨਾ ਕੀ ਸਾਈਜ਼ ਆ ਉਸ ਰਾਖਸ਼ ਦੇ ਸਾਹਮਣੇ, ਕੀੜੀ ਵਰਗੇ ਲੱਗਦੇ। ਗੁੱਸੇ ਵਿੱਚ ਆਏ ਨੇ, ਮੂੰਹ ਅੱਡਿਆ, ਸਾਬਤ ਹੀ ਆਪਣੇ ਅੰਦਰ ਨਿਗਲਿਆ ਏ। ਭਇਓ ਤਰਾਸ ਮੁਖ ਬੋਲ ਨਾਇਓ, ਸ੍ਰੀ ਨਾਨਕ ਮਨ ਮਾਹੀ ਧਿਆਇਓ। ਗੋਲੀ ਦੀ ਰਫ਼ਤਾਰ ਦੇ ਵਿੱਚ ਹੀ ਸਾਰਾ ਕੁਝ ਹੋਇਆ। ਭਾਈ ਮਰਦਾਨਾ ਜੀ ਨੂੰ ਸਮਝ ਵੀ ਨਾ ਆਇਆ ਮੇਰੇ ਨਾਲ ਹੋ ਕੀ ਰਿਹਾ। ਕਿਸੇ ਵੱਡੀ ਬਲਾ ਨੇ, ਮੰਨ ਲਓ ਕੋਈ ਪਹਾੜ ਡਿੱਗਿਆ, ਚੁੱਕਿਆ, ਚਲਾ ਕੇ ਮੂੰਹ 'ਚ ਮਾਰਿਆ, ਹੀ ਨਹੀਂ ਪਤਾ ਇਹ ਕੌਣ ਅੰਦਰ ਸੁੱਟਣ ਵਾਲਾ। ਤਰਬਕ ਗਏ ਭਾਈ ਮਰਦਾਨਾ ਜੀ, ਡਰ ਗਏ, ਕਿਉਂਕਿ ਮੂੰਹ ਵਿੱਚ ਅੱਗ ਬੜੀ ਹੈ, ਭਾਫ ਬੜੀ ਹੈ। ਜਦੋਂ ਲੱਗਾ ਸੇਕ, ਡਰ ਕੇ ਕਹਿੰਦੇ ਮਨਾ ਮੇਰਿਆ, ਲੱਗਦਾ ਤੂੰ ਨਰਕ ਦੇ ਦੁਆਰ ਚਲਿਆ ਗਿਆ। ਮੈਂ ਤੇ ਕਹਿੰਦਾ ਸੀ ਬਾਬਾ ਭੁੱਖੇ ਮਰ ਕੇ ਨਰਕ ਮਿਲੂ, ਭੁੱਖੇ ਮਰ ਕੇ ਕਫਨ ਨਹੀਂ ਮਿਲਣਾ, ਕਬਰ ਨਹੀਂ ਮਿਲਣੀ, ਇਹ ਤੇ ਫਲ ਖਾ ਗਿਆ, ਕੁਝ ਹੋ ਗਿਆ। ਇੱਕਦਮ ਆਖਿਆ ਧੰਨ ਗੁਰੂ ਨਾਨਕ ਪਾਤਸ਼ਾਹ ਬਚਾਇਆ। ਅੰਦਰੋਂ ਹੂਕ ਨਿਕਲੀ ਹੈ। ਉਹ ਜਾਣ ਬੁੱਝ ਕੇ ਆਵਾਜ਼ ਨਹੀਂ ਮਾਰੀ। ਛੋਟਾ ਜਿਹਾ ਬੱਚਾ ਹੈ, ਉਹ ਡਿੱਗ ਜਾਏ, ਸੱਟ ਲੱਗੇ, ਉਹਦੇ ਅੰਦਰੋਂ ਮਾਂ ਦੀ ਆਵਾਜ਼ ਨਿਕਲਦੀ। ਮਤਲਬ ਉਹ ਮਾਂ ਦੀ ਮਮਤਾ ਵਿੱਚ ਖੱਜਤ ਹੈ। ਦੁਨੀਆ ਵਿੱਚ ਜੁੜਿਆ ਹੋਇਆ ਮਨੁੱਖ ਆਪਣੇ ਸੱਜਣਾ ਯਾਰਾਂ ਬਾਪੂਆਂ ਨੂੰ ਯਾਦ ਕਰਦਾ ਹੈ, ਮਾਪਿਆਂ ਨੂੰ ਚੇਤੇ ਕਰਦਾ ਹੈ, ਪਰ ਰੱਬ ਨਾਲ ਜੁੜਿਆ ਡਿੱਗ ਜੇ ਉਹਦੀ ਰਸਨਾ ਤੋਂ ਨਿਕਲਦਾ ਵਾਹਿਗੁਰੂ, ਕਿਉਂਕਿ ਅੰਦਰ ਉਹੀ ਵਸਦਾ। ਤੇ ਸਾਡੇ ਪੰਜਾਬੀਆਂ ਤੋਂ ਕੁਛ ਡਿੱਗ ਜੇ, ਕੁਝ ਵੱਜ ਜੇ ਗੱਡੀ ਤੇ ਗਾਲ ਨਿਕਲਦੀ, ਕਿਉਂਕਿ ਅੰਦਰ ਉਹੀ ਹੈ। ਜੋ ਕੁਝ ਅੰਦਰ ਹੋਣਾ ਹੈ ਉਹ ਬਾਹਰ ਨਿਕਲਣਾ ਹੈ। ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ, ਮੈਂ ਫਸ ਗਿਆ, ਮੈਨੂੰ ਨਹੀਂ ਪਤਾ ਮੈਂ ਕਿਹੜੇ ਪਤਾਲ ਵਿੱਚ ਤੁਰਿਆ ਜਾਂਦਾ ਹਾਂ। ਪ੍ਰਿਯ ਰੱਛਾ ਸ੍ਰੀ ਗੁਰੂ ਪੂਰਨ, ਜਿਉ ਗਜ ਰਾਜ ਉਧਾਰਿਓ ਤੂਰਨ। ਜਿਵੇਂ ਆਪ ਜੀ ਨੇ ਗਜਰਾਜ ਦੀ, ਹਾਥੀਆਂ ਦੀ ਰੱਖਿਆ ਕੀਤੀ, ਤੰਦੂਏ ਤੋਂ ਬਚਾਇਆ। ਜਦ ਜਦ ਕਿਸੇ ਪਿਆਰੇ ਤੇ ਭੀੜ ਪਈ, ਸੱਚੇ ਪਾਤਸ਼ਾਹ ਤੁਸੀਂ ਨਾਲ ਖੜੇ ਹੋ, ਆ ਕਿਰਪਾ ਕਰੋ, ਮੈਂ ਤੇ ਰਿਹਾ ਤੁਹਾਡੇ ਨਾਲ ਆ, ਮੈਨੂੰ ਬਚਾ ਲਓ। ਇਹ ਪਤਾ ਨਹੀਂ ਕਿਹੜੀ ਬਲਾ ਹੈ। ਦਿਮਾਗ ਇੰਨੇ ਸਮੇਂ 'ਚ ਕੀ ਕੁਝ ਸੋਚ ਲੈਂਦਾ। ਜਦ ਕੋਈ ਹਾਦਸਾ ਹੁੰਦਾ ਨਾ, ਉਦੋਂ ਦਿਮਾਗ ਦੀ ਰਫ਼ਤਾਰ, ਮਨ ਦੀ ਰਫ਼ਤਾਰ ਉਸ ਹਾਦਸੇ ਤੋਂ ਕਿਤੇ ਫਾਸਟ ਹੁੰਦੀ ਹੈ। ਕੁਛ ਸੈਕਿੰਡ ਦੇ ਵਿੱਚ ਹੀ ਬੜਾ ਕੁਝ ਆ ਜਾਂਦਾ ਹੈ ਮਨ ਦੇ ਵਿੱਚ, ਬਹੁਤ ਕੁਝ। ਪਰ ਭਾਈ ਮਰਦਾਨੇ ਨੇ ਪੁਕਾਰ ਕਰਕੇ ਗੁਰੂ ਬਾਬਾ ਜੀ ਨੂੰ ਆਵਾਜ਼ ਮਾਰੀ, ਇੰਨੇ ਨੂੰ ਰਾਖਸ਼ ਨੇ ਚਬਾਉਣਾ ਸ਼ੁਰੂ ਕਰ ਦੰਦ ਚਲਾਏ, ਤਾਂ ਜੋ ਅੰਦਰ ਸੁੱਟਿਆ ਹੋਇਆ ਭੋਜਨ ਦੰਦਾਂ ਥੱਲੇ ਚਿੱਥਿਆ ਜਾਵੇ। ਹੇ ਪ੍ਰਭ ਮੈਂ ਅਜਾਨ ਮਤ ਮੂੜਾ, ਕਹੇ ਕੋ ਬਚਨਾ ਮੋਹ ਆਰੂੜਾ। ਬੜੇ ਪਿਆਰ ਚ ਅਰਦਾਸਾਂ ਡਰੇ ਹੋਏ ਭਾਈ ਮਰਦਾਨਾ ਜੀ ਕਰਦੇ ਨੇ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਸਾਹਿਬ ਜੀ ਬਚਾ ਲਓ, ਮੈਂ ਤੁਹਾਡਾ ਹਾਂ, ਕਿ ਭੀੜ ਵਿਪਤਾ ਮੇਰੇ ਤੇ ਬਣ ਗਈ, ਮੈਂ ਅਣਜਾਣ ਪੁਣਾ ਕੀਤਾ, ਤੁਹਾਡਾ ਬਚਨ ਮੋੜ ਦਿੱਤਾ। ਇਹ ਕਿੰਨੇ ਕੁ ਸਮੇਂ 'ਚ ਅਰਦਾਸ ਹੋ ਰਹੀ ਹੈ। ਜਦੋਂ ਇਹ ਚੁੱਕ ਕੇ ਮੂੰਹ ਵਿੱਚ ਸੁੱਟਿਆ, ਉਹ ਕਿੰਨਾ ਕੁ ਸਮਾਂ ਹੋਣਾ। ਇੱਕ ਦਾਣਾ ਚੁੱਕੋ, ਕਣਕ ਦਾ ਲੈ ਲਓ, ਚਾਵਲ ਦਾ ਲੈ ਲਓ, ਛੋਲਿਆਂ ਦਾ ਲੈ ਲਓ, ਕੋਈ ਛੋਟੀ ਜਿਹੀ ਟੌਫੀ ਲੈ ਲਓ, ਚਲਾ ਕੇ ਮੂੰਹ 'ਚ ਸੁੱਟੋ, ਕਿੱਡੀ ਰਫ਼ਤਾਰ ਹੈ।
ਕੁਛ ਨੈਨੋ ਸੈਕਿੰਡ ਇੰਨੇ ਸਮੇਂ ਦੌਰਾਨ ਭਾਈ ਮਰਦਾਨਾ ਜੀ ਨੇ ਗੁਰੂ ਬਾਬਾ ਜੀ ਨੂੰ ਚੇਤੇ ਕੀਤਾ, ਜੋ ਸਰੀਰ ਕਰਕੇ ਥੋੜੀ ਦੂਰੀ ਤੇ ਬੈਠੇ ਆ। ਮਹਾਰਾਜ ਰੱਖ ਲਓ, ਰੱਖ ਲਓ, ਰੱਖ ਲਓ, ਮੈਂ ਭੁੱਲਿਆ ਹਾਂ, ਮੈਂ ਅਣਜਾਣ ਹਾਂ। ਬਿਰਦ ਸੰਭਾਰੋ ਆਪਨ ਕਿਰਪਾਲਾ, ਮੁਝੇ ਮਚਾਵੋ ਦੈਤ ਵਿਸਾਲਾ। ਸਾਹਿਬ ਜੀ, ਮੈਨੂੰ ਲੱਗਦਾ ਹੈ ਕਿਸੇ ਦੈਂਤ ਨੇ, ਕਿਸੇ ਰਾਖਸ਼ ਨੇ ਮੈਨੂੰ ਗ੍ਰਿਫਤ ਵਿੱਚ ਲੈ ਲਿਆ। ਕਿਰਪਾ ਕਰਕੇ ਪਲਾਂ ਵਿੱਚ ਆਓ ਤੇ ਬਚਾ ਲਓ। ਜੇ ਨਾ ਬਚਾਇਆ ਮੂੰਹ ਵਿੱਚ ਤੇ ਆ ਗਿਆ, ਪੇਟ ਤੱਕ ਪਹੁੰਚ ਜਾਣਾ। ਪੇਟ ਦੀ ਅੱਗ ਨੇ ਜਿਉਂਦਿਆਂ ਸਾੜ ਦੇਣਾ। ਇੱਥੇ ਮੈਨੂੰ ਕੌਣ ਬਚਾਵੇਗਾ? ਕਹੇ ਕੋ ਬੈਨ ਨਾ ਔਰ ਮਹਿ ਧਰਿਏ, ਦੀਨ ਬੰਦ ਨਿਜ ਨਾਮ ਵਿਚਾਰੀਏ। ਇਧਰ ਭਾਈ ਮਰਦਾਨਾ ਅਰਦਾਸਾਂ ਕਰਦੇ ਨੇ, ਪੁਕਾਰਾਂ ਕਰਦੇ ਨੇ। ਉਧਰ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਜੀ ਦੇ ਸਮੇਤ ਬੜੇ ਆਨੰਦ 'ਚ ਬੈਠੇ ਆ। ਅਚਨਚੇਤ ਗੁਰੂ ਸਾਹਿਬ ਜੀ ਨੇ ਨੇਤਰ ਖੋਲੇ। ਭਾਈ ਬਾਲਾ ਜੀ ਕਹਿੰਦੇ, ਮਰਦ ਕੀ ਹੋਇਆ? ਸਤਿਗੁਰ ਜੀ ਕਹਿੰਦੇ, ਕੁਛ ਤੇ ਜ਼ਰੂਰ ਹੋਇਆ। ਸਾਨੂੰ ਕੋਈ ਆਵਾਜ਼ਾਂ ਮਾਰਦਾ, ਕਿਸੇ ਨੇ ਸਾਨੂੰ ਪੁਕਾਰਿਆ ਏ। ਸੰਗ ਲਿਏ ਕੀ ਰੱਖੋ ਲਾਜਾ, ਤੁਮ ਹੋ ਤੀਨ ਲੋਕ ਸਿਰ ਤਾਜਾ। ਇਹ ਪੁਕਾਰਾਂ, ਇਹ ਆਵਾਜ਼ਾਂ ਗੁਰੂ ਨਾਨਕ ਸਾਹਿਬ ਜੀ ਦੇ ਕੰਨਾਂ ਵਿੱਚ ਪੈਂਦੀਆਂ ਨੇ। ਮਰਦ ਮੈਨੂੰ ਆਪ ਜੀ ਨੇ ਨਾਲ ਰੱਖਿਆ ਤੇ ਨਾਲ ਰੱਖਣ ਦੀ ਲੱਜਿਆ ਰੱਖ ਲਓ। ਚੰਗਾ ਹਾਂ ਮਾੜਾ ਹਾਂ, ਹਾਂ ਤੇ ਤੁਹਾਡਾ ਹੀ ਨਾ। ਅੱਜ ਤੁਸੀਂ ਨਾ ਬਚਾਇਆ ਤੇ ਕੌਣ ਬਚਾਊ? ਦੁਨੀਆ ਨੂੰ ਕੀ ਪਤਾ ਮੈਂ ਕਿੱਥੇ ਆ। ਆ ਰਾਖਸ਼ ਨੇ ਮੈਨੂੰ ਸਬੂਤਾ ਚਲਾ ਜਾਣੇ। ਇਹ ਵੇਖੋ ਵੀ ਅਰਦਾਸ ਦੀ ਰਫ਼ਤਾਰ ਕਿੰਨੀ ਹੈ, ਪੁਕਾਰ ਦੀ ਸਪੀਡ ਕਿੰਨੀ ਹੈ। ਲਾਈਟ ਈਅਰ ਤੋਂ ਵੀ ਜ਼ਿਆਦਾ ਹੈ। ਲਾਈਟ ਈਅਰ ਤੇ ਫਿਰ ਧਰਤੀ ਤੇ ਆ ਜਾਂਦੇ ਆ ਪ੍ਰਕਾਸ਼ ਵਰਾ। ਆਪਾਂ ਕਹਿ ਸਕਦੇ ਹਾਂ ਫਲਾਣੇ ਗ੍ਰਹਿ ਤੇ ਜਾਣ ਲਈ ਇੰਨੇ ਪ੍ਰਕਾਸ਼ ਵਰੇ ਲੱਗਦੇ, ਇੰਨੇ ਸਾਲ ਲੱਗਦੇ ਆ। ਜਿਵੇਂ ਸੂਰਜ ਦੀ ਰੌਸ਼ਨੀ ਧਰਤੀ ਤੇ ਆਉਣ ਲਈ ਸਮਾਂ ਲੈ ਲੈਂਦੀ ਹੈ ਨਾ ਥੋੜਾ, ਉਹਨੂੰ ਲਾਈਟ ਈਅਰ ਕਹਿੰਦੇ। ਪਰ ਇਹ ਅਰਦਾਸ, ਇਹ ਪੁਕਾਰ, ਗੋਲੀ ਦੀ ਰਫ਼ਤਾਰ ਬਹੁਤ ਥੋੜੀ ਹੈ, ਆਵਾਜ਼ ਦੀ ਰਫ਼ਤਾਰ ਬਹੁਤ ਥੋੜੀ ਹੈ। ਪਰ ਪੁਕਾਰ ਦੀ ਆਵਾਜ਼ ਤੇ ਰਫ਼ਤਾਰ ਵੇਖੋ ਕਿੰਨੀ ਤੇਜ਼ ਹੈ। ਗੁਰੂ ਬਾਬਾ ਜੀ ਉੱਠ ਪਏ। ਭਾਈ ਬਾਲਾ ਜੀ ਕਹਿੰਦੇ, ਕੀ ਹੋਇਆ? ਮਰਦ ਕਹਿੰਦੇ, ਸੰਗ ਲਏ ਦੀ ਲਾਜ ਰੱਖਣੀ ਬਣੀ। ਕਹਿੰਦੇ, ਮਰਦ ਸੰਗ ਲਏ ਦੀ ਲਾਜ, ਐਸਾ ਕੀ ਹੋ ਗਿਆ ਏ? ਸਰਬ ਬਿਰਤੰਤ ਜਾਨ ਗੁਰ ਲੀਨੋ, ਦੈਤ ਰਦਨ ਤੇ ਰਾਖਨ ਕੀਨੋ। ਬੈਠੇ ਬੈਠੇ ਸਤਿਗੁਰਾਂ ਨੇ ਧਿਆਨ ਮਾਰਿਆ। ਭਾਈ ਮਰਦਾਨਾ ਜੀ ਜਦੋਂ ਦੈਂਤ ਦੇ ਦੰਦ ਕੋਲ ਆਉਣ ਲੱਗੇ, ਯਾਰ ਕੋਲ, ਕਿਉਂਕਿ ਚਬਾਉਣਾ ਚਾਹੁੰਦਾ ਹੈ, ਗੁਰੂ ਬਾਬਾ ਜੀ ਨੇ ਹੱਥ ਹਿਲਾ ਕੇ ਬਚਾ ਲਿਆ। ਜਾੜ ਤੋਂ ਤੇ ਬਚ ਗਿਆ। ਹੁਣ ਗਲ ਦੇ ਸਫ਼ਰ ਤੇ ਚੱਲ ਪਿਆ। ਹੁਣ ਰਾਖਸ਼ ਦਾ ਸਰੀਰ ਕਿੱਡਾ, ਜਿਹਦੇ ਪੈਰਾਂ ਥੱਲੇ ਪਹਾੜ ਟਿੱਬੇ ਲੱਗਦੇ ਆ, ਛੋਟੇ ਛੋਟੇ ਪੱਥਰ ਲੱਗਦੇ ਆ, ਤੇ ਉਹ ਸਫ਼ਰ ਕਿੰਨਾ ਵੱਡਾ ਹੋਵੇ। ਲਿਖਿਆ ਕਹਿੰਦੇ 2 ਕੋਹ ਤੱਕ ਇਹਦਾ ਸਰੀਰ ਹੈ ਸਮਾਨ ਨੂੰ ਲੱਗਦਾ। ਤੇ ਜਦੋਂ ਭਾਈ ਮਰਦਾਨਾ ਦੰਦਾਂ ਤੋਂ ਬਚਿਆ, ਕਹਿੰਦਾ ਸ਼ੁਕਰ ਹੈ ਬਾਬਾ ਇੱਥੋਂ ਤੇ ਬਚਾ ਲਿਆ, ਪੀਸਿਆ ਤੇ ਨਹੀਂ ਨਾ ਗਿਆ। ਜਾੜਾਂ ਛੱਡਦੀਆਂ, ਦੰਦ ਛੱਡਦੇ ਆ ਜੀ। ਜਦੋਂ ਕਹਿੰਦੇ ਇੱਥੋਂ ਬਚਿਆ, ਆਸ ਹੋ ਗਈ ਜਿਹਨੇ ਇੱਥੋਂ ਰੱਖਿਆ ਤੇ ਉੱਥੇ ਵੀ ਰੱਖ ਲਏਗਾ। ਸਤਿਨਾਮ। ਪਰ ਆਪਣੀ ਪੁਕਾਰ ਬੰਦ ਨਹੀਂ ਕੀਤੀ। ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਆਪ ਜੀ ਇੱਦਾਂ ਕਿਉਂ ਬੈਠੇ ਹੋ, ਪਸੀਨੋ ਪਸੀਨਾ ਕਿਉਂ ਗਏ? ਸਤਿਗੁਰ ਕਹਿੰਦੇ, ਬਾਲਿਆ ਭਾਈ ਮਰਦਾਨੇ ਨੂੰ ਕਿਸੇ ਵਿਪਤਾ ਨੇ ਫੇਰ ਸਹੇੜਿਆ। ਹੁਣ ਵਿਪਤਾ ਦੇ ਭਾਈ ਮਰਦਾਨੇ ਨੇ ਸਹੇੜੀ ਆ, ਪਰ ਫੇਰ ਨਹੀਂ ਕਹਿੰਦੇ। ਮਰਦ ਕਹਿੰਦੇ ਭਾਈ ਮਰਦਾਨੇ ਨੂੰ ਕਿਸੇ ਵਿਪਤਾ ਨੇ ਸਹੇੜ ਲਿਆ। ਭਾਵ ਸਾਡੇ ਪਿਆਰੇ ਭਗਤ ਦੇ ਉੱਤੇ ਅੱਜ ਭੀੜ ਬਣ ਗਈ। ਗਇਓ ਉਦਰ ਮਹਿ ਬਨਾ ਬਣਾਇਓ, ਦੁਸ਼ਟ ਰਦਨ ਕੋ ਸੁਹਿ ਨ ਪਾਇਓ। ਇੱਧਰ ਤੇ ਗੁਰੂ ਸਾਹਿਬ ਭਾਈ ਬਾਲਾ ਜੀ ਨਾਲ ਬਚਨ ਕਰਦੇ ਨੇ। ਭਾਈ ਮਰਦਾਨਾ ਉਧਰ ਰਾਖਸ਼ ਦੇ ਦੰਦ ਤੋਂ ਬਚਦਾ ਬਚਦਾ ਰਾਖਸ਼ ਦੇ ਗਲ ਵਿੱਚ ਉਤਰ ਗਿਆ। ਉੜਦਾ ਹੀ ਆਉਂਦਾ ਹੈ, ਹੌਲੀ ਹੌਲੀ ਪੇਟ 'ਚ ਜਾ ਡਿੱਗਾ। ਪੇਟ ਕਿਹੜਾ ਛੋਟਾ ਹੈ, ਇੱਦਾਂ ਲੱਗਦਾ ਪਤਾ ਨਹੀਂ ਕਿਸੇ ਬ੍ਰਹਿਮੰਡ 'ਚ ਹੀ ਆ ਗਏ। ਜਿਹਦਾ ਸਰੀਰ ਇੰਨਾ ਵੱਡਾ ਹੈ, ਉਹਦਾ ਪੇਟ ਕਿੱਡਾ ਵੱਡਾ। ਪਰ ਹਰ ਪਾਸੇ ਘੁੱਪ ਹਨੇਰਾ ਹੈ, ਕੁਝ ਵੀ ਨਜ਼ਰ ਨਹੀਂ ਆਉਂਦਾ। ਜਿਉਂ ਨਰ ਕੀ ਗਰਦਾਨੋਂ ਜਾਏ, ਗਇਓ ਉਲੰਘ ਤਿਸ ਕੀ ਨਿਆਏ। ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਜੀ ਨੇ ਦੰਦਾਂ ਤੋਂ ਏਦਾਂ ਬਚਾਇਆ,
ਜਿਵੇਂ ਗਲ ਦੇ ਵਿੱਚ ਸੁੱਟਿਆ ਦਾਣਾ ਸਿੱਧਾ ਹਲਕ 'ਚ ਜਾ ਵੱਜਦਾ ਨਾ। ਕਹਿੰਦੇ ਰਾਖਸ਼ ਨੇ ਕੋਸ਼ਿਸ਼ ਕੀਤੀ ਮੈਂ ਇਸ ਭੋਜਨ ਨੂੰ ਚਬਾਵਾਂ, ਪਰ ਗੁਰੂ ਕਾ ਸਿੱਖ ਸਬੂਤਾ ਹੀ ਅੰਦਰ ਚਲੇ ਗਿਆ। ਹੁਣ ਅੰਦਰ ਹੈ ਹਨੇਰਾ। ਕਦੇ ਤੁਸੀਂ ਨਹੀਂ ਸੋਚਿਆ ਹੋਣਾ ਸਾਡੇ ਸਰੀਰ ਵਿੱਚ ਚਾਨਣ ਨਹੀਂ ਹੈ। ਕਦੇ ਵੀ ਸਰਜਰੀ ਹੋਵੇ, ਪੇਟ ਦੀ ਹੋਵੇ, ਬ੍ਰੇਨ ਦੀ ਹੋਵੇ, ਕਿਸੇ ਬਾਡੀ ਪਾਰਟ ਦੀ ਹੋਵੇ, ਘੁੱਪ ਹਨੇਰਾ ਹੈ ਅੰਦਰ। ਸਰਜਰੀ ਕਰਨ ਵੇਲੇ ਫਲੈਸ਼ ਲਾਈਟਾਂ ਦਾ ਕੰਮ ਹੁੰਦਾ। ਸਰਜਨ ਹਮੇਸ਼ਾ ਲਾਈਟਾਂ ਲਾ ਕੇ, ਟਾਰਚਾਂ ਲਾ ਕੇ, ਵੱਡੀਆਂ ਦੇ ਉੱਪਰ ਲਾਈਟਾਂ ਲੱਗੀਆਂ ਨੇ, ਫਿਰ ਸਰਜਰੀ ਕਰਦੇ ਆ। ਸੋਚ ਕੇ ਵੇਖੋ ਅੰਦਰ ਇੰਨੇ ਘੁੱਪ ਹਨੇਰੇ ਵਿੱਚ ਵੀ ਸਾਡੇ ਸਰੀਰ ਦਾ ਸਿਸਟਮ ਕਿੱਦਾਂ ਕੰਮ ਕਰ ਰਿਹਾ, ਜੋ ਇੱਕ ਦੂਜੇ ਨੂੰ ਵੇਖਦੇ ਨਹੀਂ, ਇੱਕ ਦੂਜੇ ਨੂੰ ਜਾਣਦੇ ਨਹੀਂ। ਹਾਰਟ ਲੀਵਰ ਨੂੰ ਨਹੀਂ ਜਾਣਦਾ, ਲੀਵਰ ਕਿਡਨੀ ਨੂੰ ਨਹੀਂ ਜਾਣਦੀ, ਪਰ ਘੁੱਪ ਹਨੇਰੇ ਵਿੱਚ ਸਾਰੇ ਇੱਕ ਦੂਜੇ ਦੇ ਹੁਕਮ 'ਚ ਰਹਿੰਦੇ ਆ, ਬਰਾਬਰ ਚੱਲਦੇ ਆ। ਅੱਜ ਵੀ ਬੇਸ਼ੱਕ ਵਿਗਿਆਨ ਬਹੁਤ ਅੱਗੇ ਆ ਗਿਆ ਹੈ, ਤੇ ਕਦੇ ਐਕਸਰਾ ਕਰਾ ਲਓ, ਕੁਝ ਕੀ ਦਿਸੇਗਾ? ਡਾਰਕਨੈਸ, ਕਾਲਾ ਹਨੇਰਾ। ਹੱਡੀਆਂ ਕਿੱਦਾਂ ਦੀਆਂ ਦਿਸਣਗੀਆਂ? ਪਈ ਉਸ ਵੇਵਸ ਕਰਕੇ ਚਿੱਟੀਆਂ। ਬਾਕੀ ਤੇ ਹਨੇਰਾ ਹੀ ਹੈ। ਇੰਨੇ ਹਨੇਰੇ ਵਿੱਚ, ਇੰਨੇ ਹਨੇਰੇ ਵਿੱਚ ਪਰਮਾਤਮਾ ਨੇ ਸਾਡਾ ਜਿਸਮ ਚਲਾਇਆ ਹੋਇਆ, ਮਸ਼ੀਨ ਚਲਾਈ ਹੋਈ ਹੈ ਜੋ ਅਪਸੈਟ ਨਹੀਂ ਹੁੰਦੀ। ਕਿ ਡਾਢਾ ਕਿੱਡਾ ਵੱਡਾ ਹੋਏਗਾ। ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਨੇ ਦੰਦਾਂ ਤੋਂ ਬਚਾ ਕੇ ਪੇਟ ਤੱਕ ਬਚਾਇਆ, ਪਰ ਹੁਣ ਇੱਥੇ ਗੁੰਮਸੁੰਮ ਨਗਰੀ ਹੈ। ਪਤਾ ਨਹੀਂ ਕੀ ਕੁਝ ਅੰਦਰ ਪਿਆ ਸੀ ਰਾਖਸ਼ ਦੇ। ਜਾਨਵਰ, ਜੀਵ, ਰੁੱਖਾਂ ਦੀਆਂ ਟਾਹਣੀਆਂ, ਵੱਡੇ ਵੱਡੇ ਪੱਤੇ, ਵੱਡੇ ਵੱਡੇ ਪੱਥਰ, ਕਿਉਂਕਿ ਜੋ ਆਇਆ ਉਹਨੇ ਖਾ ਲਿਆ। ਕਚਰੇ ਦਾ ਕਚਰਾ ਢਿੱਡ ਭਰਿਆ ਹੋਇਆ ਹੈ। ਭਾਈ ਮਰਦਾਨਾ ਅੰਦਰ ਜਾ ਡਿੱਗੇ। ਉਹ ਗੁਰੂ ਕਾ ਸਿੱਖ, ਉਹਨੂੰ ਸਾਰਾ ਕੁਝ ਨਜ਼ਰ ਆਉਂਦਾ, ਪਰ ਹੈ ਕੋ ਪਰਦੇਗਾ। ਉੱਥੇ ਖੜ ਕੇ ਅਰਦਾਸ ਕਰਦੇ, ਕਹਿੰਦੇ ਬਾਬਾ ਦੁਨੀਆ ਦਾ ਨਹੀਂ ਇੱਥੇ ਬੰਦਾ ਕੋਈ ਆਸ, ਤੇਰੇ ਬਾਝੋਂ ਇੱਥੇ ਕੋਈ ਪੁੱਜਣਾ ਨਹੀਂ। ਹੁਣ ਬੋਲੇ ਮੁਝ ਸੰਗ ਕਿਰਪਾਲਾ, ਬੈਠਾ ਰਹੋ ਇਹ ਥਾਂ ਤੋਂ ਬਾਲਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਮੈਨੂੰ ਸਤਿਗੁਰਾਂ ਨੇ ਕਿਹਾ, ਬਾਲਿਆ ਤੂੰ ਇੱਥੇ ਬੈਠ, ਅਸੀਂ ਆਏ। ਮੈਂ ਕਿਹਾ ਮਰਦ ਰਹਿਣ ਦਿਓ, ਤਾਂ ਰੋਜ਼ ਦਾ ਹੀ ਕੰਮ ਹੈ। ਤੀਜੇ ਦਿਨ ਕੋਈ ਨਾ ਕੋਈ ਉਹਨੇ ਕੰਮ ਕੀਤਾ ਹੁੰਦਾ। ਸਤਿਗੁਰ ਕਹਿੰਦੇ ਨਹੀਂ, ਸੰਗ ਰੱਖੇ ਦੀ ਲਾਜ ਹੈ। ਉਹ ਚੰਗਾ ਮਾੜਾ ਜਿਹੋ ਜਿਹਾ ਮਰਜ਼ੀ ਹੈ, ਪਰ ਬਾਲਿਆ ਹੈ ਤੇ ਆਪਣਾ ਹੀ ਹੈ, ਮਿੱਤਰ ਆਪਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੇਰੇ ਕੋਲ ਉੱਠ ਕੇ ਦੂਰ ਚਲੇ ਗਏ। ਮੈਨੂੰ ਉਸੇ ਰੁੱਖ ਦੇ ਥੱਲੇ ਬਿਠਾ ਕੇ, ਜਿਸ ਪਾਸੇ ਰਾਖਸ਼ ਖੜਿਆ, ਆਸੇ ਪਾਸੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਰਾਖਸ਼ ਨੂੰ ਜਾ ਕੇ, ਦੈਂਤ ਨੂੰ ਜਾ ਕੇ ਆਪਣਾ ਰੂਪ ਵਿਖਾਇਆ ਏ। ਮਰਦਾਨੇ ਕੋ ਦੈਤ ਗਹਾਨਾ, ਉਦਰ ਵਿਖੇ ਤਿਨ ਲੀਨ ਲਗਾਨਾ। ਪਰ ਜਾਂਦੇ ਜਾਂਦੇ ਸਤਿਗੁਰ ਕਹਿ ਕੇ ਬਾਲਿਆ, ਭਾਈ ਮਰਦਾਨਾ ਬੜੇ ਫਿਕਰ ਵਿੱਚ ਹੈ, ਵਿਪਤਾ ਦੇ ਵਿੱਚ ਹੈ। ਰਾਖਸ਼ ਨੇ, ਦੈਂਤ ਨੇ ਉਹਨੂੰ ਆਪਣੇ ਢਿੱਡ ਵਿੱਚ ਸੁੱਟ ਲਿਆ, ਭਾਵ ਖਾ ਚੁੱਕਿਆ ਉਹਨੂੰ। ਕਹਿੰਦੀ ਮੈਨੂੰ ਵੀ ਚਿੰਤਾ ਹੋ ਗਈ। ਚਲੋ ਪਿਆਰ ਅਲੱਗ ਹੈ, ਉਹ ਗੱਲ ਅਲੱਗ ਹੈ ਵੀ ਹਾਸਾ ਖੇਡਾ ਮਰ ਜਦੋਂ ਰੋਦਾ ਹੀ ਕੰਮ। ਜਦੋਂ ਸਤਿਗੁਰਾਂ ਨੇ ਕਿਹਾ ਵੀ ਉਹ ਤੇ ਉਧਰ ਤੱਕ ਪਹੁੰਚ ਗਿਆ, ਢਿੱਡ ਤੱਕ ਪਹੁੰਚ ਗਿਆ, ਪੇਟ ਵਿੱਚ ਬਚਦਾ ਜੀ ਕੋਈ ਨਹੀਂ। ਪੇਟ ਵਿੱਚ ਗਏ ਹੋਏ ਪੱਥਰ ਵੀ ਪਿਘਲ ਜਾਂਦੇ ਨੇ, ਕਿਉਂਕਿ ਇਮਿਊਨ ਸਿਸਟਮ ਸਾਡਾ ਇੰਨਾ ਹਾਈ ਹੁੰਦਾ, ਭਾਵੇਂ ਮਨੁੱਖ ਹੈ ਭਾਵੇਂ ਜੀਵ ਹੈ, ਕੋਈ ਵੀ ਚੀਜ਼ ਹੋ। ਖਾਧੀਆਂ ਲੱਕੜਾਂ ਵੀ ਗਾਲ ਦਿੰਦਾ ਸਾਡਾ ਸਿਸਟਮ, ਇੱਦਾਂ ਦੇ ਐਸਿਡ ਪੈਂਦੇ ਆ। ਜਦੋਂ ਭਾਈ ਮਰਦਾਨਾ ਉਸ ਰਾਖਸ਼ ਦੇ ਢਿੱਡ ਦੇ ਅੰਦਰ ਹੈ, ਪੁਕਾਰ ਕਰਦਾ ਹੈ, ਹੱਥ ਜੋੜੇ ਨੇ, ਅੱਖਾਂ ਬੰਦ ਨੇ, ਮਹਾਰਾਜ ਰੱਖ ਲਓ, ਰੱਖ ਲਓ, ਬਚਾ ਲਓ ਮੈਨੂੰ, ਮੇਰਾ ਕੋਈ ਨਹੀਂ। ਜਾਏ ਛੁੜਾਵੇ ਅਬ ਤੇ ਤਾਈ, ਘਟ ਇੱਕ ਮੈਂ ਤੂੰ ਆਓ ਤਹਾਈ। ਗੁਰੂ ਨਾਨਕ ਸਾਹਿਬ ਪਰ ਜਾਂਦੇ ਹੋਏ ਆ ਕੇ ਕਹਿੰਦੇ ਬਾਲਿਆ, ਇੱਕ ਘੜੀ ਬਾਅਦ ਤੂੰ ਉਸੇ ਥਾਂ ਤੇ ਆਈ ਜਿੱਥੇ ਅਸੀਂ ਹੋਵਾਂਗੇ, ਪਹਿਲਾਂ ਨਾ ਆਈ। ਕਹਿੰਦੇ ਮਰਦ ਸੱਤ ਬਚਨ, ਮੈਨੂੰ ਕਹਿੰਦੇ ਚਿੰਤਾ ਹੋ ਗਈ ਵੀ ਇਹ ਕੰਮ ਕੋਈ ਵੱਡਾ ਖਰਾਬ ਹੋਇਆ ਲੱਗਦਾ। ਇੱਕ ਘੜੀ ਬਾਅਦ ਸਤਿਗੁਰਾਂ ਮੈਨੂੰ ਬੁਲਾਇਆ, ਪਤਾ ਨਹੀਂ ਕੀ ਕੀ ਕੁਝ ਹੋਣਾ। ਗੁਰੂ ਬਾਬਾ ਜੀ ਰਾਖਸ਼ ਦੇ ਸਾਹਮਣੇ ਖੜ ਗਏ। ਜਦੋਂ ਰਾਖਸ਼ ਨੇ ਵੇਖਿਆ, ਦੈਂਤ ਨੇ ਖੁਸ਼ ਹੋ ਗਿਆ ਵੀ ਇਹਨਾਂ ਦਾ ਇੱਕ ਸਾਥੀ ਤੇ ਮੈਂ ਕੱਚਾ ਹੀ ਨਿਕਲ ਲਿਆ, ਹੁਣ ਵਾਰੀ ਇਹਨਾਂ ਦੀ ਆ ਗਈ ਹੈ। ਅਸ ਕੈ ਮੁਝ ਬੇਦੀ ਕੁਲ ਦੀਪਾ, ਗਮਨੇ ਰਾਖਸ਼ ਕੇਰ ਸਮੀਪਾ। ਗੁਰੂ ਸਾਹਿਬ ਜੀ ਨੂੰ ਵੇਖ ਕੇ ਰਾਖਸ਼ ਨੇੜੇ ਆਇਆ, ਉਹਨੇ ਜਿਵੇਂ ਭਾਈ ਮਰਦਾਨਾ ਜੀ ਨੂੰ ਇੱਕ ਝਪੱਟ ਵਿੱਚ ਚੁੱਕਿਆ ਤੇ ਦਾਣੇ ਵਾਂਗੂ ਅੰਦਰ ਸੁੱਟ ਲਿਆ।
ਗੁਰੂ ਨਾਨਕ ਸਾਹਿਬ ਜੀ ਦੀ ਤਰਫ ਵੀ ਉਹਨੇ ਇਸੇ ਤਰ੍ਹਾਂ ਹੱਥ ਵਧਾਇਆ, ਕਿਉਂਕਿ ਸਤਿਗੁਰ ਜੀ ਮਨੁੱਖਾ ਸਰੀਰ ਵਿੱਚ ਨੇ। ਮਨੁੱਖਾ ਸਰੀਰ ਐਡੇ ਵੱਡੇ ਦਾਨਵ ਦੇ ਅੱਗੇ ਕੀ ਚੀਜ਼ ਹੈ? ਕੁਛ ਵੀ ਨਹੀਂ ਹੈ। ਇਹ ਲਾ ਲਓ ਜਿਵੇਂ ਆਪਣੇ ਕੋਲ ਟੌਫੀਆਂ ਪਈਆਂ ਹੋਣ, ਕੈਂਡੀ ਪਈਆਂ ਹੋਣ, ਕੀ ਚੀਜ਼ ਆ ਸਾਡੇ ਹੱਥ 'ਚ? ਕੁਛ ਵੀ ਨਹੀਂ। ਦੰਦਾਂ ਥੱਲੇ ਚਬਾ ਕੇ ਅੰਦਰ ਸੁੱਟ ਲੈਂਦੇ ਨੇ ਬੱਚੇ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸਾਹਮਣੇ ਆਏ, ਮਰਦ ਨੇ ਕੋਈ ਕਰਾਮਾਤ ਨਹੀਂ ਵਿਖਾਈ। ਰਾਖਸ਼ ਨੇ ਗੁੱਸੇ ਵਿੱਚ ਆ ਕੇ ਇਹਨਾਂ ਨੂੰ ਵੀ ਉਦਾਂ ਹੀ ਫੜ ਲਿਆ, ਸੱਜਿਆ ਹੱਥ ਵਿੱਚ ਰੱਬ ਨੂੰ ਚੁੱਕ ਲਿਆ। ਗੁਰੂ ਨਾਨਕ ਪਾਤਸ਼ਾਹ ਨੂੰ ਚੁੱਕਿਆ, ਮੂੰਹ ਵੱਲ ਸੁੱਟਿਆ ਏ। ਆਸ ਬਚਾਵਨ ਹਿਤ ਗੁਰ ਪੂਰਨ, ਦਈ ਦਿਖਾਈ ਦਹਿਤੇ ਤੂਰਨ। ਤੇ ਦੈਂਤ ਨੇ ਚਲਾ ਕੇ ਜਦੋਂ ਸਤਿਗੁਰਾਂ ਨੂੰ ਆਪਣੇ ਮੁਖ ਵੱਲ ਮਾਰਿਆ, ਗੁਰੂ ਬਾਬਾ ਜੀ ਹੱਥ ਜੋੜ ਪਏ, ਕਿਉਂਕਿ ਉਹਨੇ ਅੰਦਰ ਸੁੱਟਿਆ। ਦੰਦਾਂ ਨਾਲ ਚੱਬਣਾ ਤੇ ਚਿੱਥਣਾ ਚਾਹੁੰਦਾ ਹੈ, ਤੇ ਸਾਹਿਬ ਤੇ ਜਾਣ ਕੇ ਸਾਹਮਣੇ ਆਏ ਆ ਆਪਣੇ ਸੱਜਣ ਨੂੰ ਬਚਾਉਣ ਵਾਸਤੇ। ਉਹਨਾਂ ਇਸ ਰਾਖਸ਼ ਨੂੰ, ਇਸ ਦੈਂਤ ਨੂੰ ਨਾ ਚਾਹੁੰਦਿਆਂ ਵੀ ਅੱਜ ਦਰਸ਼ਨ ਦਿੱਤੇ ਨੇ। ਸ੍ਰੀ ਨਾਨਕ ਗਹਿਲੀ ਨੋ ਤਾਹੀ, ਕਹਿ ਰੁਚਾਈ ਪਾਏ ਮੁਖ ਮਾਹੀ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਉਹਨੇ ਦਾਣਿਆਂ ਦੇ ਵਾਂਗ ਆਪਣੇ ਮੁਖ ਦੇ ਅੰਦਰ ਸੁੱਟ ਲਿਆ ਤੇ ਮੂੰਹ ਕਰ ਲਿਆ ਬੰਦ। ਥੋੜੀ ਦੇਰ ਬਾਅਦ ਚਬਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਰੱਬ ਹੈ, ਪਰਮਾਤਮਾ ਪਿਆਰਾ, ਉਹਨੂੰ ਕਿਹਨੇ ਚਬਾਉਣਾ ਸੀ? ਉਹਨੇ ਬੜਾ ਮੂੰਹ ਹਿਲਾਇਆ ਵੀ ਕਿਸੇ ਤਰੀਕੇ ਦੁਆਰਾ ਮੈਂ ਇਸ ਮਨੁੱਖਾ ਸਰੀਰ ਨੂੰ ਦੰਦਾਂ ਥੱਲੇ ਚਿੱਥ ਲਵਾਂ, ਚੱਬ ਲਵਾਂ, ਪਰ ਉਹ ਐਸਾ ਕਰ ਨਹੀਂ ਸਕਿਆ। ਗੁਰੂ ਨਾਨਕ ਸਾਹਿਬ ਮਹਾਰਾਜ ਉਡਾਰੀ ਮਾਰ ਕੇ ਚੱਲ ਪਏ ਅੱਗੇ, ਕਿਉਂਕਿ ਇਹਦਾ ਤੇ ਮੂੰਹ, ਇਹਦਾ ਤੇ ਸਿਰ ਆਕਾਸ਼ ਨੂੰ ਲੱਗਦਾ ਹੈ, ਧਰਤੀ ਤੇ ਪੈਰ ਨੇ, ਜੰਗਲੇ ਦੇ ਲਈ ਘਾਹ ਫੂਸ ਹੈ, ਤੇ ਕੱਢੀ ਦੇ ਹੋਣੀ ਬਰਬਾਦ। ਸਤਿਗੁਰ ਸੱਚੇ ਪਾਤਸ਼ਾਹ ਨੇ ਵੇਖਿਆ ਅੰਦਰੋਂ ਆਵਾਜ਼ਾਂ ਆਉਂਦੀਆਂ ਨੇ, ਭਾਈ ਮਰਦਾਨੇ ਦੀਆਂ, ਪਾਤਸ਼ਾਹ ਬਚਾ ਲੈ, ਮੈਂ ਗਰੀਬ ਗਲਤੀਆਂ ਬੜੀਆਂ ਕਰਦਾ, ਪਰ ਹਾਂ ਤੇ ਸਾਹਿਬਾ ਤੇਰਾ, ਜੇ ਅੱਜ ਨਾ ਰੱਖਿਆ ਫੇਰ ਕਦੋਂ ਰੱਖੋਗੇ? ਉਦਰ ਵਿਖੇ ਪਹੁੰਚੇ ਗੁਰੂ ਜਬ ਹੀ, ਮਿਲਤ ਭਇਓ ਮਰਦਾਨਾ ਤਬ ਹੀ। ਜਦੋਂ ਸਤਿਗੁਰਾਂ ਨੇ ਢਿੱਡ ਵਿੱਚ ਪਹੁੰਚ ਕੇ ਵੇਖਿਆ ਨਾ, ਭਾਈ ਮਰਦਾਨਾ ਇੱਕ ਪਾਸੇ ਜੇ ਚੁੱਪ ਚਪੀਤਾ ਝੁਕਿਆ ਜਾਂ ਬੈਠਾ ਅਰਦਾਸ ਕਰਦਾ, ਗੁਰੂ ਬਾਬਾ ਜੀ ਨੇ ਜਾ ਕੇ ਥਾਪੜਾ ਕੇ ਦਿਓ ਮਰਦਾਨੇ ਆ। ਇਸ ਹਨੇਰੇ ਚ ਮਰਦ ਦੀ ਆਵਾਜ਼ ਸੁਣੀ, ਹੱਥ ਲਾ ਕੇ ਕਹਿੰਦਾ ਬਾਬਾ ਤੁਸੀਂ? ਮਰਦ ਕਹਿੰਦੇ ਹਾਂ ਮਰਦਾਨਾ। ਅਚਨਚੇਤ ਪ੍ਰਕਾਸ਼ ਹੋਇਆ। ਭਾਈ ਮਰਦਾਨਾ ਜੀ ਨੇ ਵੇਖਿਆ ਰੱਬੀ ਨੂਰ ਗੁਰੂ ਨਾਨਕ ਸਾਹਿਬ ਮੈਨੂੰ ਬਚਾਉਣ ਵਾਸਤੇ ਰਾਖਸ਼ ਦੇ ਪੇਟ ਚ ਪੁੱਜ ਗਏ। ਆਖੋ ਸਤਿਨਾਮ। ਕਦੇ ਜ਼ਿੰਦਗੀ ਚ ਸੁਣਿਆ ਐਸਾ ਪ੍ਰਸੰਗ? ਕਿੱਡੀਆਂ ਵੱਡੀਆਂ ਵੱਡੀਆਂ ਖੇਡਾਂ ਨੇ ਗੁਰੂ ਨਾਨਕ ਸਾਹਿਬ ਦੀਆਂ, ਇਹ ਤੇ ਸ਼ਰਧਾ ਤੇ ਭਾਵਨਾ ਦਾ ਵਿਸ਼ਾ ਏ। ਭਾਈ ਮਰਦਾਨੇ ਦੀਆਂ ਅੱਖਾਂ ਚੋਂ ਹੰਝੂ ਆ ਗਏ, ਕਹਿੰਦੇ ਬਾਬਾ ਮੈਂ ਤੇ ਇਸ ਜਾਲ ਵਿੱਚ ਫਸਿਆ ਸੀ, ਤੁਸੀਂ ਵੀ ਫਸ ਗਏ। ਇੱਕ ਪ੍ਰੇਮ ਦੀ ਭਾਵਨਾ ਏ, ਆਪਾਂ ਜਾਵਾਂਗੇ ਕਿਵੇਂ? ਇੱਥੋਂ ਕਿਵੇਂ ਬਾਹਰ ਜਾਵਾਂਗੇ? ਕਹੇ ਬਚਨ ਤੇ ਧੀਰਜ ਦੀਨੀ, ਉਨ ਨਿਜ ਦੇਹ ਵਧਾਵਨ ਕੀਨੇ। ਮਰਦ ਕਹਿੰਦੇ ਮਰਦਾਨਿਆ ਚਿੰਤਾ ਨਾ ਕਰ, ਸਾਡਾ ਕਰਤਾ ਕਰਤਾਰ ਸਾਡੇ ਨਾਲ ਹੈ, ਤੂੰ ਵੇਖ ਉਸ ਰੱਬ ਦੇ ਰੰਗ। ਹੌਸਲਾ ਦੇ ਕੇ ਗੁਰੂ ਬਾਬਾ ਜੀ ਨੇ ਇੱਕਦਮ ਐਸੀ ਖੇਡ ਵਰਤਾਈ, ਰਾਖਸ਼ ਦੇ ਪੇਟ ਵਿੱਚ ਨੇ ਦਾਣਿਆਂ ਦੇ ਸਮਾਨ। ਦਾਣੇ ਕੀ ਚੀਜ਼ ਹੁੰਦੇ ਆ? ਜਿੰਨੇ ਮਰਜ਼ੀ ਬਹਿ ਕੇ ਖਾ ਲਓ, ਢਿੱਡ ਵੀ ਨਹੀਂ ਭਰਦਾ। ਭਾਈ ਮਰਦਾਨਾ ਮਰਦ ਵੱਲ ਵੇਖਣ ਲੱਗਿਆ, ਖੜੇ ਖੜੇ ਗੁਰੂ ਸਾਹਿਬ ਨੇ ਆਪਣਾ ਕੱਦ ਵਧਾਉਣਾ ਸ਼ੁਰੂ ਕਰ ਦਿੱਤਾ ਢਿੱਡ ਦੇ ਅੰਦਰ। ਜਦੋਂ ਸਤਿਗੁਰਾਂ ਨੇ ਰੂਪ ਵਧਾਇਆ, ਸਰੀਰ ਵਧਾਇਆ, ਭਾਈ ਮਰਦਾਨਾ ਡਰ ਗਏ। ਮਰਦ ਕਹਿੰਦੇ ਡਰਨਾ ਨਹੀਂ, ਤੂੰ ਸਤ ਕਰਤਾਰ ਵਾਹਿਗੁਰੂ ਵਾਹਿਗੁਰੂ ਜਪ ਲੈ। ਵੈ ਕੋ ਸਨ ਲੋ ਦੇ ਤੋ ਤੰਗਾ, ਇਤਨੋ ਕੀਓ ਪ੍ਰਭੂ ਨਿਜ ਅੰਗਾ। ਇਸ ਦੈਂਤ ਦਾ 2 ਕੋਹ ਤੱਕ ਕੱਦ ਸੀ, ਲੰਬਾ ਉੱਚਾ ਅਸਮਾਨ ਨੂੰ ਲੱਗਦਾ, ਰਹਿੰਦਾ ਗੁਪਤ ਸੀ। ਗੁਰੂ ਨਾਨਕ ਸਾਹਿਬ ਨੇ ਉਹਦੇ ਢਿੱਡ ਦੇ ਵਿੱਚ ਹੀ 2 ਕੋਹ ਲੰਬਾ ਸਰੀਰ ਬਣਾ ਲਿਆ। ਸਤਿਨਾਮ। ਉਹ ਤੜਫੇ ਢਿੱਡ ਤੇ ਢਿੱਡ ਹੀ ਹੈ ਨਾ ਜੀ। ਹੁਣ ਅਸੀਂ ਸਾਡਾ ਕੱਦ ਮੰਨ ਲਓ ਜੇ ਮੇਰਾ 5 ਫੁੱਟ ਕੱਦ ਹੈ ਤੇ ਪੇਟ ਕਿੰਨਾ 1 ਫੁੱਟ ਦਾ ਹੋਊਗਾ? ਹਰ ਬੰਦੇ ਦਾ ਹੀ ਹੈ। ਹੁਣ ਇਹ 1 ਫੁੱਟ ਦੇ ਢਿੱਡ ਦੇ ਵਿੱਚ 5 ਫੁੱਟ ਦੀ ਚੀਜ਼ ਆ ਜਾਏ ਤੇ ਜਾਨ ਨਹੀਂ ਨਿਕਲੂ। ਬੇਸ਼ੱਕ ਉਹ ਰਾਖਸ਼ ਹੈ, ਕਹਿੰਦੇ ਉਹ 2 ਕੋਹ ਦਾ ਸਰੀਰ ਸੀ। ਸਰੀਰ ਦੇ ਵਿੱਚ ਸਤਿਗੁਰਾਂ ਨੇ ਜਾ ਕੇ ਪ੍ਰਵੇਸ਼ ਕਰਕੇ ਢਿੱਡੇ ਅੰਦਰ ਹੀ 2 ਕੋਹ ਦਾ ਕੱਦ ਬਣਾ ਲਿਆ। ਜਦੋਂ ਸਰੀਰ ਇਦਾਂ ਦਾ ਕੀਤਾ ਮਰਦ ਨੇ,
ਕਹਿੰਦੇ ਉਹਨੂੰ ਇਦਾਂ ਲੱਗਿਆ, ਰਾਖਸ਼ ਨੂੰ ਤੜਫ ਗਿਆ ਵੀ ਮੇਰਾ ਢਿੱਡ ਫਟਣਾ ਇੱਥੇ ਫਟ ਜਾਏਗਾ, ਪਤਾ ਨਹੀਂ ਅੰਦਰ ਕੀ ਬਲਾ ਚਲੇ ਗਈ, ਕੀ ਐਸਾ ਹੋ ਗਿਆ। ਕਹਿੰਦੇ ਉਹ ਤੜਫੇ, ਉਹ ਕਲਪੇ। ਭਾਈ ਬਾਲਾ ਜੀ ਕਹਿੰਦੇ ਮੈਂ ਉਸ ਰਾਖਸ਼ ਵੱਲ ਵੇਖਿਆ ਤੇ ਮੈਂ ਡਰ ਗਿਆ ਵੀ ਇਹ ਕੀ ਕਲਾਕਾਰ ਕਰੇਗੀ। ਕਹਿੰਦੇ ਉਹ ਚੀਕਾ ਮਾਰਦਾ, ਹਨੇਰੀਆਂ ਆ ਗਈਆਂ ਉੱਤੇ, ਕਿਉਂਕਿ ਸਾਹ ਲੈਂਦਾ ਵੱਡੇ ਵੱਡੇ, ਜੰਗਲਾਂ ਦੇ ਜੰਗਲ ਰੁੱਖ ਹਿੱਲਣ ਲੱਗ ਪਏ। ਜਬ ਤਨ ਫਟਣ ਲੱਗਿਓ ਤੇ ਕੇਰੋ, ਇੱਕ ਜੋਜਨ ਲੋ ਬੱਧਿਓ ਬਧੇਰੋ। ਜਿਸ ਵੇਲੇ ਕਹਿੰਦੇ ਉਸ ਪ੍ਰੇਤ ਦਾ, ਰਾਖਸ਼ ਦਾ ਸਰੀਰ ਲੱਗਾ ਫਟਣ, ਉਹਨੇ ਆਪਣੀ ਕਰਾਮਾਤ ਨਾਲ ਦਰਦ ਤੋਂ ਬਚਣ ਦੇ ਵਾਸਤੇ ਇੱਕ ਜੋਜਨ ਤੱਕ ਆਪਣਾ ਸਰੀਰ ਵਧਾ ਲਿਆ। ਜੋਜਨ ਕਈ ਕੋਹ ਦਾ ਜੋਜਨ ਬਣਦਾ। ਇੱਕ ਜੋਜਨ 'ਚ ਤਕਰੀਬਨ ਅੰਦਾਜ਼ਨ ਜੇ ਗੱਲ ਕਰੀਏ ਤਾਂ 4.5 ਤੋਂ 5 ਕਿਲੋਮੀਟਰ, ਕਿਸੇ ਨੇ 6 ਤੋਂ 7, ਕਿਸੇ ਨੇ 11 ਤੋਂ 12, ਅਲੱਗ-ਅਲੱਗ ਕੰਟਰੀ ਦੇ ਹਿਸਾਬ ਨਾਲ ਹੁੰਦਾ। ਕਈ ਜੋਜਨ ਤੱਕ ਜਦੋਂ ਸਰੀਰ ਉਹਨੇ ਬਣਾਇਆ ਵੀ ਮੇਰੇ ਅੰਦਰ ਦਾ ਦਰਦ ਠੀਕ ਹੋ ਜਾਏ, ਪਤਾ ਨਹੀਂ ਐਸਾ ਮੈਂ ਕੀ ਖਾ ਲਿਆ ਜੋ ਮੇਰੇ ਅੰਦਰ ਮੈਨੂੰ ਟਿਕਣ ਨਹੀਂ ਦੇ ਰਿਹਾ। ਗੁੱਸੇ ਵਿੱਚ ਆਏ ਰਾਖਸ਼ ਨੇ, ਜਦੋਂ ਕੋਹਾਂ ਬੱਧੀ ਆਪਣਾ ਸਰੀਰ ਵਧਾਇਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਆਪਣਾ ਸਰੀਰ ਵਧਾਉਣਾ ਸ਼ੁਰੂ ਕਰਤਾ। ਪਰ ਇਹ ਹਿਲ ਜੁਲ ਉਸ ਦੈਂਤ ਨੂੰ ਫੀਲ ਹੋ ਰਹੀ ਹੈ, ਉਹ ਤੜਫਦਾ ਏ। ਸ੍ਰੀ ਗੁਰੂ ਬਹੁਤ ਵਧਾਵਾ ਤੇ ਤੋ, ਰਾਖਸ਼ ਬਿਸਤਰਿਓ ਤਨ ਜੀਤੋ। ਕਹਿੰਦੇ ਜਿੰਨਾ ਸਰੀਰ ਰਾਖਸ਼ ਨੇ ਵਧਾਇਆ ਇੱਕ ਜੋਜਨ ਦਾ, ਮੇਰੇ ਰੱਬ ਪਿਆਰੇ ਗੁਰੂ ਨਾਨਕ ਸਾਹਿਬ ਨੇ ਇੱਕ ਜੋਜਨ ਦਾ ਕੱਦ ਆਪਣਾ ਵੀ ਵਧਾ ਲਿਆ। ਕੋਈ ਮਿਣ ਤੋਲ ਸਕਦਾ ਉਸ ਪਰਮਾਤਮਾ? ਉਹ ਤੇ ਬ੍ਰਹਿਮੰਡ ਦਾ ਮਾਲਕ ਹੈ। ਅਸੀਂ ਬ੍ਰਹਿਮੰਡ ਕਿਹਨੂੰ ਸਮਝਿਆ ਹੋਇਆ? 4 ਕੰਟਰੀ ਨਾਲ। ਅਸੀਂ ਧਰਤੀ ਕਿਹਨੂੰ ਬਣਾ ਲਿਆ ਵੀ ਬਸ ਇੰਡੀਆ ਹੀ ਸਾਡਾ ਧਰਤੀ, ਅਮਰੀਕਾ ਕੈਨੇਡਾ ਇਹੀ ਧਰਤੀ? ਨਾ ਭਾਈ, 206 207 ਕੰਟਰੀਆਂ ਤੇ ਗਿਣਤੀ ਦੀਆਂ ਸਾਡੇ ਸਾਹਮਣੇ ਪਈਆਂ ਨੇ। ਬੜਾ ਕੁਝ ਐਸਾ ਏ ਜੋ ਅਜੇ ਤੱਕ ਸਾਹਮਣੇ ਨਹੀਂ ਹੈ, ਜਿਹਦੇ ਬਾਰੇ ਮਨੁੱਖ ਦੀ ਅਜੇ ਪਹੁੰਚ ਨਹੀਂ ਹੈ, ਸੋਚ ਵੀ ਨਹੀਂ ਹੈ। ਖੰਡਾਂ ਬ੍ਰਹਿਮੰਡਾਂ 'ਚ ਕੀ ਕੁਝ ਨਹੀਂ ਜਾਣ ਸਕਦਾ। ਜਦੋਂ ਗੁਰੂ ਬਾਬਾ ਜੀ ਨੇ ਆਪਣਾ ਸਰੀਰ ਵਧਾਇਆ 1.5 ਜੋਜਨ ਦਾ, ਕਹਿੰਦੇ ਉਹ ਪੀੜਾ ਦੈਂਤ ਤੋਂ ਝੱਲੀ ਜਾਂਦੀ ਨਹੀਂ। ਭਇਓ ਕਸ਼ਟ ਜਬ ਰਾਖਸ਼ ਤਾਈ, ਦਵੈ ਜੋਜਨ ਕੇ ਦੇਹ ਵਧਾਈ। ਇੰਨਾ ਕਸ਼ਟ ਨਾ ਝੱਲਦੇ ਹੋਏ ਰਾਖਸ਼ ਨੇ 2 ਜੋਜਨ ਸਰੀਰ ਹੋਰ ਵਧਾ ਲਿਆ, ਭਾਵ ਧਰਤੀ ਤੋਂ ਕਿਤੇ ਪਾਰ ਚਲੇ ਗਿਆ। ਭਾਈ ਮਰਦਾਨਾ ਵੇਖੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹੀ ਨਜ਼ਰ ਨਹੀਂ ਆਉਂਦਾ, ਸਿਰਫ ਚਰਨ ਦਿਸਦੇ ਆ। ਕੱਦ ਕਾਠ ਹੀ ਏਡਾ ਵੱਡਾ ਕਰ ਲਿਆ, ਕਿਉਂਕਿ ਸਤਿਗੁਰੂ ਨੂੰ ਸਬਕ ਸਿਖਾਉਣਾ ਚਾਹੁੰਦੇ ਆ। ਉਹਦੇ ਪਾਪਾਂ ਦਾ ਅੰਤ ਹੋ ਗਿਆ, ਉਹਦਾ ਕਾਰਨ ਵੀ ਅੱਗੇ ਦੱਸਣਗੇ। ਜਦੋਂ ਕਹਿੰਦੇ ਮਹਾਰਾਜ ਨੇ ਸਰੀਰ ਵਧਾਇਆ ਤੇ ਰਾਖਸ਼ ਨੇ ਹੋਰ ਵਧਾਇਆ, ਗੁਰੂ ਬਾਬਾ ਜੀ ਨੇ ਫੇਰ ਵਧਾਉਣਾ ਸ਼ੁਰੂ ਕਰ ਦਿੱਤਾ। ਕਦੋਂ ਤੱਕ? ਇੱਕ ਨਾ ਇੱਕ ਦਿਨ ਮਾਸ ਨੇ ਫਟਣਾ ਹੈ, ਇਹਦੀ ਵੀ ਕੋਈ ਸੀਮਾ ਹੁੰਦੀ ਹੈ। ਸ੍ਰੀ ਗੁਰੂ ਤੇਤੋ ਤਨ ਬਿਸਤਾਰਾ, ਅੰਤਰ ਭਇਓ ਤਾਹੀ ਦੁਖ ਭਾਰ। ਸਤਿਗੁਰ ਵੀ ਓਡਾ ਹੀ ਸਰੀਰ ਵਧਾਈ ਜਾਣ ਜਿੰਨਾ ਉਹ ਲੰਬਾ ਉੱਚਾ ਹੋਈ ਜਾਵੇ। ਕਹਿੰਦੇ ਮਰਦ ਨੇ ਆਖਿਆ ਸੀ ਭਾਈ ਬਾਲੇ ਨੂੰ ਵੀ ਇੱਕ ਘੜੀ ਸਾਡੇ ਕੋਲ ਨਾ ਹੀ ਉੱਥੇ, ਤੇ ਇੱਥੋਂ ਵੇਖਿਆ ਨਹੀਂ ਜਾਣਾ ਜੋ ਕੁਝ ਹੋਣਾ। ਹੋ ਸਕਦਾ ਗੁੱਸੇ ਜਾ ਕੇ ਤੈਨੂੰ ਵੀ ਅੰਦਰ ਸੁੱਟ ਲਏ। ਕਹਿੰਦੇ 25-30 ਮਿੰਟ ਮੈਂ ਵੇਖਦਾ ਰਿਹਾ, ਇਹ ਕ੍ਰਿਸ਼ਮਾ ਚੱਲਦਾ ਰਿਹਾ, ਹੋ ਕੀ ਰਿਹਾ ਏ? ਕਹਿੰਦੇ ਰਾਖਸ਼ ਨੇ ਫੇਰ ਕੱਦ ਵਧਾਇਆ, ਚੰਦ ਤਾਰਿਆਂ ਤੱਕ ਸਰੀਰ ਲੈ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਵੀ ਆਪਣਾ ਸਰੀਰ ਫਿਰ ਹੋਰ ਵਧਾਇਆ, ਪਰ ਕਹਿੰਦੇ ਹੁਣ ਦੈਂਤ ਦੀ ਵਾਹ ਲੱਗ ਗਈ, ਥੱਕ ਗਿਆ, ਸੰਘਰਸ਼ ਕਰ ਰਿਹਾ ਆਪਣੇ ਸਰੀਰ ਤੇ। ਉਹਨੂੰ ਲੱਗਦਾ ਹੈ ਵੀ ਇਹ ਹੁਣ ਦੁੱਖ ਮੇਰੇ ਤੋਂ ਬਰਦਾਸ਼ਤ ਹੋਰ ਹੋਣਾ ਨਹੀਂ। ਨੋ ਜੋ ਜਨ ਲੋ ਦੈਤ ਵਧਾਵਾ, ਤੈਸੋ ਪ੍ਰਭ ਨਿਜ ਦੇਹ ਬਣਾਵਾ। ਕਹਿੰਦੇ 9 ਜੋਜਨ ਤੱਕ ਰਾਖਸ਼ ਨੇ ਆਪਣਾ ਸਰੀਰ ਹੋਰ ਵਧਾਇਆ, ਉੱਥੋਂ ਤੱਕ ਹੀ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਰੀਰ ਵਧਾ ਲਿਆ ਢਿੱਡ 'ਚ। ਉਹਦੇ ਪੇਟ ਅੰਦਰ ਨੇ ਗੁਰੂ ਸਾਹਿਬ ਤੇ ਭਾਈ ਮਰਦਾਨਾ। ਰਾਖਸ਼ ਹੈਰਾਨ, ਅੱਖਾਂ 'ਚੋਂ ਹੰਝੂ, ਉੱਚੀ ਉੱਚੀ ਚੀਕਦਾ ਏ, ਦਿਹਾੜਦਾ ਏ, ਹੁਣ ਦਰਦ ਬਰਦਾਸ਼ਤ ਨਹੀਂ ਹੁੰਦਾ। ਭਏ ਸੁਮੇਰ ਸੁਮਾਨ ਸੁਪਾਰੀ, ਅਸਰ ਤਬੈ ਨਿਰਬਲਤਾ ਧਾਰੀ। ਜਦੋਂ ਸਮੇਰ ਪਰਬਤ ਜੱਡਾ ਹੋ ਗਿਆ, ਹੁਣ ਹਿਮਾਲਿਆ ਪਰਬਤ ਤੇ ਸਮੇਰ ਤੋਂ ਬਹੁਤ ਛੋਟੇ ਆ। ਕਿਤੇ ਇੰਨਾ ਵੱਡਾ ਹੋਇਆ, ਦਰਦ ਸਹਾਰਿਆ ਨਾ ਗਿਆ, ਸਰੀਰ ਵਧਾਈ ਗਿਆ, ਅੰਦਰ ਦਾ ਦਰਦ ਸੂਲ ਉੱਠਦਾ। ਜਦੋਂ ਅੰਦਰ ਸਰੀਰ ਪਾਟਣ ਨੂੰ ਹੋਇਆ ਪਿਆ, ਮਰਦ ਨੇ ਕੱਦ ਵਧਾ ਕੇ ਉਹਦੇ ਗਲ ਤੱਕ ਲਾ ਦਿੱਤਾ ਆਪਣਾ ਸੀਸ। ਕਹਿੰਦੇ ਫੇਰ ਨਾ ਉਹਨੂੰ ਬੇਸ਼ੁੱਧਤਾ ਹੋਣੀ ਸ਼ੁਰੂ ਹੋ ਗਈ।
ਉਹ ਦੈਂਤ ਅੱਖਾਂ ਮੂਹਰੇ ਹਨੇਰਾ ਆ ਗਿਆ, ਧਰਤੀ ਤੇ ਹੁਣ ਪੈਰ ਨਹੀਂ ਲੱਗਦੇ। ਆਂਡੇ ਦੇਖੈ ਦੇਵ ਆਕਾਸ਼ਾ, ਸਭੇ ਨੇ ਹਾਹਾਕਾਰ ਪ੍ਰਕਾਸ਼ਾ। ਭਾਈ ਬਾਲਾ ਜੀ ਕਹਿੰਦੇ ਮੈਂ ਖੁਦ ਵੇਖਿਆ ਆਕਾਸ਼ ਵਿੱਚ ਦੇਵੀ ਦੇਵਤੇ ਵੇਖ ਕੇ ਹਾਹਾਕਾਰ ਮਚਾਉਂਦੇ ਆ। ਕਹਿੰਦੇ ਰੱਬ ਪ੍ਰਭੂ ਜੀ ਉੱਤੇ ਕੋਈ ਵਿਪਤਾ ਆ ਗਈ, ਇਕੱਠੇ ਹੋ ਕੇ ਅਸਮਾਨ ਤੋਂ ਦੇਵਤੇ ਵੇਖ ਰਹੇ ਆ ਵੀ ਇਹ ਧਰਤੀ ਤੇ ਚੱਲ ਲੱਗੀ ਹੈ। ਖੇਡਾਂ ਕਰਤਾਰ ਦੀਆਂ ਕੀ ਹਨ, ਦੈਂਤ ਚਬਾਏ ਗਿਓ ਇਬ ਜਾਣੇ, ਪ੍ਰਭ ਕੀ ਮਹਿਮਾ ਤੇ ਅਨਜਾਣੇ। ਕੁਛ ਦੇਵਤੇ ਗੱਲਾਂ ਕਰਦੇ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਦੈਂਤ ਨੇ ਚਬਾ ਲਿਆ, ਤੇ ਕੁਛ ਦੇਵਤੇ ਆਖਦੇ ਆ ਨਾਰਦ ਮੁਨੀ ਵਰਗੇ, ਕਹਿੰਦੇ ਓਏ ਅਣਜਾਣੋ ਤੁਹਾਡੀ ਮੱਤ ਤੇ ਪਰਦਾ ਪਿਆ। ਰੱਬ ਪਰਮਾਤਮਾ ਨੇ ਰਾਖਸ਼ ਬਣਾਏ, ਉਹਨੂੰ ਚੱਬਣ ਵਾਲਾ ਕੌਣ ਲੱਭੇ? ਇਹ ਖੇਡ ਆ ਕੋਈ ਉਹਨਾਂ ਦੀ ਨਵੀਂ ਖੇਡ, ਵੇਖੋ ਤੇ ਬੋਲੋ ਨਾ, ਉਹਦੇ ਚੋਜਾਂ ਨੂੰ ਤੱਕੀ ਚੱਲੋ। ਦੈਂਤ ਭਇਓ ਬਿਹਬਲ ਤਬ ਤਾਈ, ਨਿਜ ਜੀਵਨ ਕੀ ਆਸ ਚੁਕਾਈ। ਚੀਕਾਂ ਮਾਰ ਕੇ ਪੁਕਾਰਾਂ ਕਰਕੇ ਰੱਬ ਅੱਗੇ ਰਾਖਸ਼ ਦਹਥੜੇ ਮਾਰਦਾ, ਕਹਿੰਦਾ ਰੱਬਾ ਬਚਾ ਲਾ ਮੈਨੂੰ। ਉਹਨੂੰ ਇਹ ਨਹੀਂ ਪਤਾ ਮੈਂ ਟੱਕਰ ਰੱਬ ਨਾਲ ਹੀ ਲਈ ਬੈਠਾ, ਬਾਹਰ ਰੱਬ ਨੂੰ ਯਾਦ ਕਰ, ਕਿਉਂਕਿ ਸਾਰੀ ਦੁਨੀਆ ਦਾ ਮਾਲਕ ਇੱਕੋ ਹੀ ਹੈ। ਪਰਮਾਤਮਾ ਰਾਖਸ਼ਾਂ ਦਾ ਵੀ ਪਿਤਾ ਏ, ਦੇਵਤਿਆਂ ਦਾ ਵੀ ਪਿਤਾ ਏ, ਮਨੁੱਖਾਂ ਦਾ ਵੀ ਪਿਤਾ ਏ, ਉਹਦੇ ਲਈ ਤੇ ਸਾਰੇ ਬੱਚੇ ਆ। ਜਦੋਂ ਉਹਨੇ ਰੱਬ ਨੂੰ ਯਾਦ ਕੀਤਾ, ਬੇਵਲ ਹੋ ਗਿਆ ਵੀ ਹੁਣ ਮੈਥੋਂ ਝੱਲਿਆ ਨਹੀਂ ਜਾਣਾ। ਕਹਿੰਦੇ ਉਹ ਇੱਕ ਮੀਨਾਰ ਵਾਂਗੂ ਟਿਕਣ ਲੱਗਾ ਇੱਕ ਪਾਸੇ, ਪੈਰਾਂ ਤੇ ਜਦੋਂ ਭਾਰ ਨਾ ਆਇਆ ਧੜਾਕ ਦੇਣੇ ਧਰਤੀ ਤੇ ਡਿੱਗਿਆ ਏ। ਪਸਰੇ ਨੈਣ ਭਿਆਨਕ ਭਾਰੇ, ਗਿਰਿਓ ਅਵਨ ਪਰ ਖਾਏ ਪਛਾਰੇ। ਜੰਗਲਾਂ ਦੇ ਜੰਗਲ ਤੋੜ ਦਿੱਤੇ, ਪਹਾੜਾਂ ਦੇ ਪਹਾੜ ਤੋੜ ਦਿੱਤੇ, ਧਰਤੀ ਤੇ ਡਿੱਗਿਆ, ਸਰੀਰ ਘਟਣਾ ਸ਼ੁਰੂ ਹੋ ਗਿਆ, ਪਰ ਹਾਏ ਹਾਏ ਕਰਦਾ ਅੱਖਾਂ ਚੋਂ ਹੰਝੂ ਨੇ ਰੋ ਗਿਆ, ਤੜਫ ਪਿਆ। ਜਦੋਂ ਨੇ ਕਿਹਾ ਨਾ ਰੱਬਾ ਬਚਾ ਲਾ ਮੈਨੂੰ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਜਿਸਮ ਛੋਟਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਪਰਮਾਤਮਾ ਨੇ ਸੇਕ ਦਿੱਤਾ ਉਸੇ ਅੱਗੇ ਪੁਕਾਰ ਕਰ ਦਿੱਤੀ ਹੈ। ਮਾਨੋ ਬਦਿਓ ਬਿੰਦ ਚਲ ਭਾਰੇ, ਪਰਿਓ ਧਰਨ ਪਰ ਗੁਰੂ ਅਗਾਰੇ। ਇੱਕਦਮ ਜਦੋਂ ਧਰਤੀ ਤੇ ਡਿੱਗਿਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਰੀਰ ਛੋਟਾ ਕੀਤਾ, ਕੋਲ ਜਾ ਕੇ ਭਾਈ ਮਰਦਾਨੀ ਨੂੰ ਹੱਥ ਮਾਰਿਆ, ਕਹਿੰਦੇ ਚੱਲ ਹੁਣ ਇੱਥੇ ਹੀ ਰਹਿਣਾ ਹੈ, ਚੱਲ ਚੱਲੀਏ। ਕਹਿੰਦਾ ਬਾਬਾ ਇਹ ਤੇ ਸਰੀਰ ਚੋਂ ਨਿਕਲਣਾ ਔਖਾ ਲੱਗਦਾ। ਮਹਾਰਾਜ ਕਹਿੰਦੇ ਕੁਝ ਨਹੀਂ ਹੋਇਆ, ਕਿਉਂਕਿ ਉਸ ਪ੍ਰਕਿਰਿਆ ਵਿੱਚ ਰਾਖਸ਼ ਕੰਬਦਾ ਸੀ। ਜਦੋਂ ਸਰੀਰ ਵੱਧਦਾ ਸੀ ਉਹ ਤੇ ਇਦਾਂ ਲੱਗਦਾ ਸੀ ਭਾਈ ਮਰਦਾਨੇ ਦੀ ਜਿਵੇਂ ਧਰਤੀ ਤੇ ਭੁਚਾਲ ਆ ਗਿਆ, ਪਤਾ ਨਹੀਂ ਕੀ ਕੁਝ ਹੋ ਰਿਹਾ, ਹੱਡੀਆਂ ਟੁੱਟਦੀਆਂ ਸੀ, ਜੜਾਕਿਆਂ ਦੀ ਆਵਾਜ਼ ਆਉਂਦੀ ਸੀ। ਅਚਨਚੇਤ ਜਦੋਂ ਧਰਤੀ ਤੇ ਡਿੱਗਿਆ, ਇਹ ਪ੍ਰਾਣ ਨਿਕਲਣ ਵਾਲੇ ਨੇ, ਉਹ ਰਾਖਸ਼ ਉਹ ਦੈਂਤ ਸਹਿਕਦਾ ਏ, ਮੌਤ ਨੂੰ ਚੇਤੇ ਕਰਦਾ ਏ। ਇਹ ਕੀ ਧਰੇ ਤਰੋਵਰ ਜੀਤੇ, ਟੂਟ ਗਏ ਚੂਰਨ ਭੇਟੀਤੇ। ਜੰਗਲਾਂ ਦੇ ਜੰਗਲ ਤਹਿਸ ਨਹਿਸ ਹੋ ਗਏ। ਭਾਈ ਬਾਲਾ ਜੀ ਕਹਿੰਦੇ ਮੈਂ ਮਸਾਂ ਹੀ ਬਚਿਆ, ਭੱਜ ਕੇ ਰਾਖਸ਼ ਦੇ ਨੇੜੇ ਆਇਆ, ਵੇਖਿਆ ਤੜਫਦਾ। ਕਹਿੰਦੇ ਇਦਾਂ ਲੱਗਦਾ ਜਿਵੇਂ ਪਤਾ ਨਹੀਂ ਕੋਈ ਪਹਾੜ ਡਿੱਗਿਆ ਪਿਆ, ਜਿਵੇਂ ਵਿੰਧਿਆਚਲ ਪਰਬਤ ਵੱਧਦਾ ਵੱਧਦਾ ਰੁਕ ਗਿਆ ਸੀ ਨਾ। ਅਗਸਤ ਮੁਨੀ ਨੇ ਬਚਨ ਕੀਤਾ ਰੁਕ ਜਾ ਓਏ, ਪ੍ਰਾਤਨ ਕਥਾ ਚਾਹੁੰਦਾ। ਕਹਿੰਦੇ ਉਸੇ ਤਰ੍ਹਾਂ ਧਰਤੀ ਤੇ ਲੰਮਾ ਪੈ, ਮੈਂ ਭੱਜ ਕੇ ਨੇੜੇ ਆਇਆ, ਰਾਖਸ਼ ਦਾ ਮੂੰਹ ਖੁੱਲ੍ਹਾ, ਸਾਹ ਲੈਂਦਾ ਏ, ਪਰ ਜਿੱਧਰ ਨੂੰ ਸਾਹ ਨਿਕਲਦੇ ਆ ਰੁੱਖਾਂ ਦੇ ਰੁੱਖ ਪੁੱਟਦੇ ਜਾਂਦੇ ਆ। ਏਦਾਂ ਲੱਗਦਾ ਏ ਜਿਵੇਂ ਹਨੇਰੀ ਤੇ ਤੂਫਾਨ ਆਉਂਦਾ ਏ। ਸਵਈਆ ਬੰਦ ਭਇਓ ਮੁਖ ਸਵਾਸ ਜਵੈ, ਤਬ ਦੇ ਛੂਟੇ ਤੇ ਪ੍ਰਾਨ ਉਡਾਏ। ਭਾਖਤ ਜੈ ਪੁਨ ਜੈ ਸੁਰ ਬਾਸਵ, ਫੂਲਨ ਕੀ ਬਰਖਾ ਬਰਖਾਏ। ਜਦੋਂ ਦੈਂਤ ਧਰਤੀ ਤੇ ਡਿੱਗਿਆ, ਸਹਿਕਣ ਤੋਂ ਬਾਅਦ ਉਹਦੇ ਸਾਹ ਹੋ ਗਏ ਬੰਦ, ਮਤਲਬ ਮੌਤ ਦੇ ਘਾਟ ਉੱਤੇ ਸਰੀਰ ਛੱਡ ਗਿਆ। ਉਹਦੇ ਧਰਤੀ ਤੇ ਲੰਮੇ ਪੈਣ ਤੋਂ ਬਾਅਦ ਅਸਮਾਨ ਵਿੱਚ ਜੈ ਜੈਕਾਰ ਦੀ ਧੁਨੀ ਗੂੰਜ ਪਈ। ਦੇਵਤਿਆਂ ਨੇ ਫੁੱਲ ਵਰਸਾਏ, ਖੁਸ਼ ਹੋ ਗਏ ਵੀ ਸ਼ੁਕਰ ਹੈ ਇੱਕ ਬੁਰਾਈ ਦਾ ਅੰਤ ਹੋਇਆ। ਆਖੋ ਸਤਿਨਾਮ। ਦੇਵਤਿਆਂ ਦੀ ਖੁਸ਼ੀ ਮਨਾਉਣੀ, ਕਿਉਂਕਿ ਰਾਖਸ਼ਾਂ ਦੇ ਘਰ ਸੱਥਰ ਵਿਛੇ ਆ, ਮਿੱਤਰ ਤੇ ਹੈ ਹੀ ਨਹੀਂ ਇੱਕ ਦੂਜੇ, ਦੁਸ਼ਮਣ ਨੇ। ਕਹਿੰਦੇ ਦੇਵੀ ਦੇਵਤੇ ਰੱਬ ਦਾ ਸ਼ੁਕਰਾਨਾ ਕਰਦੇ ਨੇ। ਸੰਗ ਲਏ ਮਰਦਾਨੇ ਕੋ,
ਨਿਕਸੇ ਗੁਰੂ ਬਾਹਰ ਐਸ ਸੁਹਾਈ। ਜਿਸ ਵੇਲੇ ਰਾਖਸ਼ ਮੂੰਹ ਅੱਡ ਕੇ ਪਿਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਘੁੱਪ ਹਨੇਰੇ ਵਿੱਚ ਭਾਈ ਮਰਦਾਨੇ ਦੀ ਬਾਹ ਫੜੀ, ਸਤ ਕਰਤਾਰ ਆਖਿਆ, ਮਾਰੀ ਉਡਾਰੀ, ਮੂੰਹ ਚੋਂ ਨਿਕਲ ਕੇ ਸਰੀਰ ਚੋਂ ਬਾਹਰ ਆਣ ਖੜੇ ਹੋਏ। ਆਖੋ ਸਤਨਾਮ। ਕਹਿੰਦੇ ਦੈਂਤ ਦੇ ਮੁਖ ਕੋਲ ਖੜੇ ਨੇ, ਬਿਲਕੁਲ ਛੋਟਾ ਜਿਹਾ ਸਰੀਰ ਲੱਗਦਾ, ਉਹਦੇ ਪਹਾੜਾਂ ਜਿੱਡਾ ਪਿਆ। ਭਾਈ ਬਾਲਾ ਜੀ ਨੇ ਮਹਾਰਾਜ ਨੂੰ ਵੇਖਿਆ, ਕਹਿੰਦੇ ਮੈਂ ਤੇ ਚਰਨੀ ਸੀਸ ਨਵਾਤਾ, ਸੱਚੇ ਪਾਤਸ਼ਾਹ ਕਿੱਧਰ ਚਲੇ ਗਏ ਸੀ? ਭਾਈ ਮਰਦਾਨਾ ਡਰਿਆ ਹੋਇਆ, ਘਬਰਾਇਆ ਹੋਇਆ, ਉੱਤੇ ਅੱਖਾਂ ਨੀਵੀਆਂ ਕਰ ਲਈਆਂ ਵੀ ਮਨਾ ਮੇਰਿਆ, ਐਡੀ ਵੱਡੀ ਬਲਾ ਮੈਨੂੰ ਜਿਉਂਦੇ ਨੂੰ ਨਿਕਲ ਗਈ ਸੀ। ਪਨਗ ਡੈਟ ਕੋ ਚੀਰ ਮਨੋ, ਨਿਕਸੇ ਸੰਗ ਗੋਪਨ ਸ੍ਰੀ ਜਦ ਰਾਈ। ਹੁਣ ਸਤਿਗੁਰੂ ਜੀ ਤੇ ਏਦਾਂ ਬਾਹਰ ਆ ਗਏ, ਕਹਿੰਦੇ ਜਿਵੇਂ ਕੋਈ ਸਰੀਰ ਨੂੰ ਚੀਰ ਕੇ ਤੀਰ ਨਿਕਲ ਜੇ। ਤੇ ਗੁਰੂ ਬਾਬਾ ਜੀ ਨੇ ਭਾਈ ਮਰਦਾਨਾ ਜੀ ਨੂੰ ਬਾਹਰ ਲਿਆ ਕੇ ਖੜਾ ਕੀਤਾ, ਚਾਨਣ ਵਿੱਚ ਆਏ। ਭੁੱਖ ਵੀ ਭੁੱਲ ਗਈ, ਪਿਆਸ ਵੀ ਭੁੱਲ ਗਈ, ਤੇ ਦੁਨੀਆ ਵੀ ਭੁੱਲ ਗਈ। ਜਾਨ ਚ ਜਾਣੇ ਆਈ, ਗੁਰਾਂ ਦਾ ਸ਼ੁਕਰਾਨਾ ਕਰਦਾ ਏ। ਰਾਖਸ਼ ਸੁੰਦਰ ਦੇਹ ਤਰਾ, ਜਿਹ ਚਾਰ ਭੁਜਾ ਸ੍ਰੁਤ ਕੁੰਡਲ ਪਾਏ। ਹੁਣ ਇਹ ਰਾਖਸ਼ ਜਿਹਨੇ ਦੇਹ ਛੱਡੀ ਨਾ, ਸਰੀਰ ਛੱਡਿਆ, ਕਹਿੰਦੇ ਇੱਕ ਬੜੀ ਸੋਹਣੀ ਸੁਡੌਲ ਆਤਮਾ ਦੇ ਰੂਪ ਦੇ ਵਿੱਚ ਨਾ, ਸੋਹਣੇ ਸੋਹਣੇ ਵਸਤਰ ਪਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਆਣ ਖੜਾ ਹੋਇਆ। ਸਰੀਰ ਮਨੁੱਖਾਂ ਵਰਗਾ ਹੀ ਹੈ, ਛੋਟਾ ਜਿਹਾ ਕਰਦਾ, ਰੂਹ ਆ ਨਾ ਇਹ ਆਤਮਾ ਜਿਹਨੂੰ ਪਰਮਾਤਮਾ ਕਹਿੰਦੇ। ਉਸ ਰੂਹ ਦੇ ਨਾਲ ਉਹਦਾ ਸੂਖਸ਼ਮ ਸਰੀਰ ਆਇਆ, ਜੋ ਇਸ ਵੱਡੇ ਜਿਸਮ ਚੋਂ ਨਿਕਲਿਆ ਏ। ਕਹਿੰਦੀ ਉਹਨੂੰ ਵੇਖ ਸਾਰੇ ਦੰਗ ਰਹਿ ਗਏ। ਮੈਂ ਵੀ ਵੇਖਿਆ, ਕਹਿੰਦੀ ਉਹ ਆ ਕੇ ਸਤਿਗੁਰਾਂ ਦੇ ਸਨਮੁਖ ਖੜਾ ਹੋ ਗਿਆ। ਗੋਰਾ ਚਿੱਟਾ ਰੰਗ ਹੈ, ਬੜੇ ਸੋਹਣੇ ਨੈਣ ਨਕਸ਼ ਹਨ। ਇੱਦਾਂ ਲੱਗਦਾ ਜਿਵੇਂ ਸਿਰ ਤੋਂ ਲੈ ਕੇ ਪੈਰਾਂ ਤੱਕ ਸੋਨੇ ਨਾਲ ਭਰਿਆ ਹੋਵੇ, ਕਿਉਂਕਿ ਸੁਚਮਤਾ ਵਾਲੇ ਪਾਸੇ ਆ ਗਈ। ਸੂਖਸ਼ਮ ਸਰੀਰ ਹੈ ਜੋ ਆਤਮਾ ਨਾਲ ਚੱਲ ਕੇ ਆਇਆ ਏ। ਪੀਤ ਦੁਕੂਲ ਬਿਰਾਜਤ ਉਪਰ, ਸਿਆਮ ਸਰੂਪ ਭਲੀ ਸ਼ਬ ਛਾਏ। ਬੜੀ ਸੋਹਣੀ ਸ਼ੋਭਾ ਪੈ ਰਹੀ ਹੈ। ਕਹਿੰਦੇ ਦੁਪੱਟਾ ਉਹਨੇ ਆਪਣੇ ਸੀਸ ਉੱਤੇ ਲਿਆ ਹੋਇਆ, ਸਰੂਹ ਨੇ ਹੱਥ ਜੁੜਿਆ, ਸੀਸ ਨਵਾਇਆ ਹੋਇਆ, ਮੁਖੜਾ ਚੁਗਿਆ ਨਾ। ਪੂਰਬ ਬੰਧਨ ਕੋ ਕਰ ਕੇ, ਪਰ ਸੰਸ਼ਨ ਕੋਈ ਪੁਨ ਬੈਨ ਅਲਾਈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੰਦਨਾ ਕੀਤੀ, ਨਮਸਕਾਰ ਕੀਤੀ, ਤੇ ਸਤਿਗੁਰਾਂ ਦੀ ਕੀਤੀ ਸਿਫਤ। ਰੱਬਾ ਮੇਰਿਆ ਸ਼ੁਕਰਾਨਾ ਤੇਰਾ, ਮੈਂ ਤੇੜ ਨਹੀਂ ਕਦੇ ਦੇ ਸਕਦਾ। ਤੇਰੇ ਵਰਗਾ ਬਖਸ਼ਣਹਾਰਾ ਇਸ ਜਗ ਤੇ ਦੂਜਾ ਕੋਈ ਨਹੀਂ। ਏਕ ਕਰ ਧਾਰ ਧਰਿਓ ਅਵਤਾਰ, ਕਲੀ ਮੇ ਆਏ ਕੇ ਨਾਮ ਜਪਾਏ। हे ਕਰਤਾਰ ਜੀ, ਤੁਸੀਂ ਇਹ ਅਵਤਾਰ ਧਾਰਨ ਕੀਤਾ, ਕਲਯੁਗ ਦੇ ਵਿੱਚ ਨਾਮ ਜਪਾਉਣ ਵਾਸਤੇ ਆਏ ਹੋ। ਉਹ ਇੱਕ ਅਣਜਾਣ ਰੂਹ ਜਿਹਨੂੰ ਕੋਈ ਨਹੀਂ ਜਾਣਦਾ, ਉਹ ਕੌਣ ਸੀ? ਰਾਖਸ਼ ਦੀ ਨਿਕਲੀ ਰੂਹ ਥੋੜਾ ਮਾੜੀ ਹੁੰਦੀ ਹੈ। ਬੰਦੇ ਦੇ ਵਿਚਾਰ ਮਾੜੇ ਚੰਗੇ ਆ, ਸਰੀਰ ਮਾੜੇ ਚੰਗੇ ਕੰਮਾਂ 'ਚ ਲੱਗ ਜਾਂਦਾ ਹੈ, ਮਨ ਮਾੜੇ ਚੰਗੇ ਕੰਮਾਂ 'ਚ ਲੱਗਦਾ ਏ। ਸੂਖਸ਼ਮ ਸਰੀਰ ਤੇ ਅੰਦਰ ਦੀ ਆਤਮਾ ਉਹ ਸਦਾ ਹੀ ਪਵਿੱਤਰ ਹੁੰਦੀ ਹੈ। ਹਮ ਸੋ ਜੋ ਅਗੀ ਤਿਨ ਕੋ ਗਤ ਦੇਵਨ, ਆਵਨ ਭਾ ਤੁਮਰੋ ਏ ਥਾਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁਸਕਰਾ ਕੇ ਉਹਦੇ ਵੱਲ ਤੱਕਿਆ, ਆਖੇ ਮਹਾਰਾਜ ਮੇਰੇ ਵਰਗੇ ਪਾਪੀਆਂ ਨੂੰ ਆਪ ਜੀ ਘਰ ਘਰ ਜਾ ਕੇ ਤਾਰ ਦਿਓ। ਜੇ ਤੁਸੀਂ ਨਾ ਤਾਰਨੇ ਆਉਂਦੇ, ਕਿਹਨੇ ਸਾਡਾ ਭਲਾ ਕਰਨਾ ਸੀ? ਆਖੋ ਸਤਨਾਮ। ਬੰਦਾ ਤੇ ਧਾਰਮਿਕ ਇਨਸਾਨ ਤੇ ਇਧਰ ਨੂੰ ਆਉਂਦਾ ਹੀ ਕੋਈ। ਤੁਸੀਂ ਆਏ ਹੋ ਮਨੁੱਖਾ ਸਰੀਰ ਧਾਰਨ ਕਰਕੇ, ਮੇਰਾ ਅੱਜ ਉਧਾਰ ਕੀਤਾ ਏ। ਜਗ ਖੰਡਤ ਹੋ ਸਭ ਨਿੰਭਲ ਕੋ, ਸ਼ੁਭ ਮਾਰਗ ਮੈਂ ਨਰ ਦੇਹੋ ਚਲਾਏ। ਗੁਰੂ ਬਾਬਾ ਜੀ ਚੌਂਕੜਾ ਲਾ ਕੇ ਬਹਿ ਗਏ, ਕਹਿੰਦੇ ਆ ਰੂਹ ਸਾਹਮਣੇ ਹੱਥ ਜੋੜ ਕੇ ਆਖਦੀ, ਪਾਤਸ਼ਾਹ ਪਖੰਡ ਕੱਟਣ ਆਇਓ, ਸਭ ਦੇ ਕੱਟ ਦਿਓ, ਸਭ ਦੇ ਭਰਮ ਵੀ ਕੱਟਿਓ, ਪਖੰਡ ਵੀ ਕੱਟਿਓ, ਮੇਰੇ ਜੈਸੇ ਪਾਪੀਆਂ ਦਾ ਜਗ ਤੇ ਉਧਾਰ ਕਰਿਓ। ਦਸਵਾਂ ਅਵਤਾਰ ਧਰੈ ਅਭਿਆਪ, ਅਲੰਬ ਹੈ ਹਿੰਦ ਕੀ ਪੈਜ ਰਖਾਈ। ਉਸ ਵੇਲੇ ਉਸ ਰੂਹ ਨੇ ਇੱਕ ਬਚਨ ਆਖਿਆ, ਭਾਈ ਬਾਲਾ ਜੀ ਨੇ ਲਿਖਾਇਆ, ਉਹਨੇ ਭਵਿੱਖ ਦਾ ਬੋਲ ਕਿਹਾ ਰੂਹ ਨੇ। ਦੇਖੋ ਰੂਹ ਤੇ ਸਭ ਦੀ ਪਰਮਾਤਮਾ ਹੈ। ਤੁਹਾਡੇ ਵਿੱਚ ਵਸਣ ਵਾਲੀ ਆਤਮਾ, ਮੇਰੇ 'ਚ ਵਸਣ ਵਾਲੀ ਕਿਸੇ ਜੀਵ ਜੰਤੂ ਵਿੱਚ ਉਹ ਪਰਿਪੂਰਨ ਪਰਮਾਤਮਾ ਹੈ।
ਮਾੜੇ ਅਸੀਂ ਕਿਵੇਂ ਆ? ਕਿਉਂਕਿ ਮਨ ਸਾਡਾ ਨਾ ਉਹ ਆਤਮਾ ਨਹੀਂ ਹੈ। ਮਨ ਸਾਡਾ ਇੱਕ ਐਸੇ ਭਰਮ 'ਚ ਜੀ ਰਿਹਾ, ਇਹਨੂੰ ਲੱਗਦਾ ਜੋ ਦਿਸਦਾ ਉਹ ਸੱਚ ਹੈ। ਇਹੀ ਭੁਲੇਖਾ। ਸੱਚ ਨੂੰ ਸੱਚ ਨਹੀਂ ਮੰਨਦਾ, ਝੂਠ ਨੂੰ ਸੱਚ ਜਾਣੀ ਜਾਂਦਾ। ਕਹਿੰਦਾ ਜੀ ਉਹ ਰੂਹ ਆਖਦੀ ਹੈ ਆਪ ਜੀ ਨੇ 10ਵਾਂ ਜਾਮਾ ਧਾਰਨ ਕਰਨਾ ਹੈ, ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਯੁੱਧ ਕਰਕੇ, ਜੰਗ ਕਰਕੇ ਮਲੇਸ਼ਾਂ ਦਾ ਨਾਸ਼ ਕਰੋ। ਸਾਡੇ ਵਰਗੇ ਰਾਖਸ਼ਾਂ ਦਾ ਉਦੋਂ ਤੁਸੀਂ ਉਧਾਰ ਕਰਨਾ ਏ। ਅਨਮਨ ਅਵਤਾਰ ਕੈ ਭਰੋਖਾ ਫਿਰਿਓ, ਸਰਦਾ ਜੋ ਧਰੈ ਤਿਨ ਕੋ ਗਤ ਦਾਈ। ਰਾਖਸ਼ ਧਰਮ ਦਾ ਮਖੌਟਾ ਪਾ ਕੇ ਇਸ ਕਲਯੁਗ ਵਿੱਚ ਜਿਹੜੇ ਵਿਚਰਦੇ ਆ, ਸਾਹਿਬ ਜੀ ਤੁਸੀਂ ਉਹਨਾਂ ਦੇ ਪਾ ਜੋਗੇ ਢੋਗੇ। ਔਰੰਗਜ਼ੇਬ ਕਿੱਡਾ ਵੱਡਾ ਧਰਮੀ ਕਹਾਉਂਦਾ ਸੀ ਇਸਲਾਮ ਦਾ, ਗੁਰੂ ਕਲਗੀਧਰ ਜੀ ਨੇ ਪਾ ਜੋ ਬੋਲਿਆ ਵੀ ਤੂੰ ਧਰਮੀ ਨਹੀਂ, ਉਹ ਤੇਰੇ ਵਰਗਾ ਕਸਾਈ ਤੇ ਤੇਰੇ ਵਰਗਾ ਪਾਪੀ ਕੌਣ ਹੋਏਗਾ ਵਰਗਿਆ। 80 ਸ਼ੇਰ ਪੜ੍ਹ ਕੇ ਵੇਖੋ ਮਰਦ ਨੇ ਕੀ ਕੁਝ ਲਿਖਿਆ ਜਪਨਾ। ਕਹਿੰਦੇ ਤੂੰ ਰੱਬ ਨੂੰ ਭੁੱਲ ਗਿਆ, ਤੂੰ ਆਪਣੀ ਔਕਾਤ ਭੁੱਲ ਗਿਆ। ਤੂੰ ਰਾਜਾ ਜ਼ਰੂਰ ਹੈ ਪਰ ਤੂੰ ਮੰਗਤਾ ਹੈ, ਭਿਖਾਰੀ ਹੈ। ਖੁਦਾ ਦੀ ਦਰਗਾਹ 'ਚ ਜਾਏਗਾ ਤੇਰਾ ਮੂੰਹ ਕਾਲਾ ਹੋਏਗਾ। ਤੂੰ ਦੇਵਤਾ ਨਹੀਂ, ਮਨੁੱਖ ਨਹੀਂ, ਰੰਗਿਆ ਤੂੰ ਰਾਖਸ਼ ਹੈ। ਇੱਥੇ ਉਹ ਆਖਦੀ ਪਾਤਸ਼ਾਹ ਧਰਮੀਆਂ ਦੀ ਲਾਜ ਰੱਖੋਗੇ, ਸੱਚਿਆਂ ਦਾ ਪੱਖ ਪੂਰੋਗੇ, ਪਾਪੀਆਂ ਨੂੰ ਦੰਡ ਦੇਵੋਗੇ। ਮਰ ਹਰੀ ਚੰਦ ਲੱਖ ਮੈਂ ਮਰਦਾਨਾ ਔਰ ਬਿਸਮਾਨਾ, ਗੁਰੂ ਹਿਰਦੈ ਇਹੋ ਜਾਨ, ਬੂਝਾ ਪੁਨ ਸੋਈ ਤੁਮ ਕੋ ਹੋਈ, ਸਭ ਬਿਦ ਕਰੋ ਬਖਾਨ। ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਲ ਵੇਖਿਆ ਸੀ। ਭਾਈ ਬਾਲਾ ਜੀ ਕਹਿੰਦੇ ਮੈਂ ਪੁੱਛਿਆ ਮਹਾਰਾਜ ਇਹ ਹੈ ਕੌਣ ਹੈ? ਮਰਦ ਕਹਿੰਦੇ ਤੁਸੀਂ ਆਪ ਹੀ ਪੁੱਛੋ। ਸਤਿਗੁਰਾਂ ਨਜ਼ਰ ਭਰ ਕੇ ਉਹਦੀ ਸੁਰਤ ਜਗਾ ਦਿੱਤੀ। ਬਾਲਿਆ ਭਾਈ ਮਰਦਾਨਿਆ ਤੂੰ ਆਪ ਪੁੱਛ ਇਹ ਕੌਣ ਹੈ, ਕਿੱਥੋਂ ਆਇਆ? ਕਹਿੰਦੇ ਸਤਿਗੁਰਾਂ ਦਾ ਇਸ਼ਾਰਾ ਸਮਝ ਕੇ ਅਸੀਂ ਬੜੇ ਅਦਬ ਨਾਲ ਉਸ ਰੂਹ ਨੂੰ ਪੁੱਛਿਆ ਭਾਈ ਤੂੰ ਕੌਣ ਹੈ, ਸਾਨੂੰ ਆਪਣੇ ਬਾਰੇ ਦੱਸੋ ਜੀ। ਨਿਜ ਗਾਥ ਉਚਾਰੀ ਪ੍ਰਭੂ ਅਗਾਰੀ, ਸੁਣੋ ਉਧਾਰਕ ਮੇਰਾ। ਉਸ ਵੇਲੇ ਉਸ ਰੂਹ ਨੇ ਸਤਿਗੁਰਾਂ ਦੇ ਸਾਹਮਣੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਤੁਹਾਡਾ ਹੁਕਮ ਪਾ ਕੇ ਮੈਂ ਆਪਣੀ ਗਾਥਾ ਦੱਸ ਰਹੀ ਹਾਂ। ਕੀ ਮੇਰੇ ਨਾਲ ਹੋਇਆ, ਕੀ ਕੁਝ ਮੈਂ ਕੀਤਾ ਏ। ਜਬ ਜਨਕ ਬਦੇਹੀ ਤਬ ਨਰ ਦੇਹੀ, ਉਤੋ ਰਸੋਈਆ ਚੀਰ। ਪਾਤਸ਼ਾਹ ਕੋਈ ਚੰਗਾ ਕਰਮ ਸੀ, ਮੈਨੂੰ ਮਨੁੱਖਾ ਜਨਮ ਮਿਲਿਆ। ਧਿਆਨ ਦੇ ਕੇ ਸੁਣੋ। ਕਹਿੰਦੇ ਉਹ ਤੋਂ ਚੰਗਾ ਕਰਮ ਇਹ ਆਇਆ ਵੀ ਮੈਂ ਰਾਜੇ ਜਨਕ ਦੀ ਸੇਵਾ 'ਚ ਆ ਗਿਆ। ਗੁਰਬਾਣੀ ਕਹਿੰਦੀ ਹੈ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ। ਰਾਜਾ ਜਨਕ ਆਪ ਸਾਖਸ਼ਾਤ ਰੱਬ ਦਾ ਰੂਪ ਸੀ, ਅੰਤਰਜਾਮੀ ਸੀ, ਬ੍ਰਹਮ ਗਿਆਨੀ ਸੀ, ਰੱਬ ਹੀ ਕਹਿ ਲੋ ਚਲੋ ਗੱਲ। ਕਹਿੰਦੇ ਚੰਗਾ ਕਰਮ ਕੋਈ ਜਾਗਿਆ ਤੇ ਮੈਂ ਉਹਦੀ ਸੇਵਾ 'ਚ ਆ ਗਿਆ। ਮੇਰੀ ਸੇਵਾ ਵੇਖ, ਮੇਰਾ ਸਿਮਰਨ ਵੇਖ, ਮੇਰੀ ਭਗਤੀ ਵੇਖ। ਰਾਜੇ ਜਨਕ ਨੇ ਮੇਰੀ ਡਿਊਟੀ ਲਾਤੀ ਲੰਗਰ ਵਿੱਚ। ਕਹਿੰਦੇ ਤੇਰੇ ਹੱਥ ਦਾ ਭੋਜਨ ਛਕਿਆ ਕਰਾਂਗੀ, ਤੂੰ ਭੋਜਨ ਬਣਾ। ਇੱਥੋਂ ਤੱਕ ਵੱਡਿਆਂ ਭਾਗਾਂ ਵਾਲਾ ਸੇਵਾ 'ਚ ਆ ਗਿਆ, ਗੁਰੂ ਘਰ ਆ ਗਿਆ, ਸਤਸੰਗ ਆ ਗਿਆ। ਕੀ ਸਤਸੰਗ ਵਿੱਚ ਆਉਣ ਵਾਲੇ ਸਾਰੇ ਤਰ ਜਾਂਦੇ ਆ ਜਾਂ ਸਭ ਦੇ ਭਾਗ ਜਾਗ ਜਾਂਦੇ ਆ? ਨਹੀਂ, ਬਾਰਿਸ਼ ਹਰ ਥਾਂ ਤੇ ਹੁੰਦੀ ਹੈ। ਬਰਤਨ ਮੁੱਦੇ ਮਾਰ ਦਿਓ, ਸਦੀਆਂ ਵੱਧੀ ਹੋਵੇ ਖਾਲੀ ਦੇ ਖਾਲੀ ਰਹਿਣ। ਸਤਸੰਗ ਵੀ ਉਹਨਾਂ ਨੂੰ ਤਾਰਦੀ ਜਿਹੜੇ ਤਰਨਾ ਚਾਹੁੰਦੇ ਆ। ਆਖੋ ਸਤਨਾਮ। ਬੜੇ ਲੋਕ ਤੁਹਾਨੂੰ ਮਿਲ ਜਾਣਗੇ ਸੰਗਤ ਵਿੱਚ ਆ ਕੇ ਵੀ ਨਿੰਦਿਆ ਚੁਗਲੀ ਪੱਲੇ ਹੈ, ਲੜਾਈ ਝਗੜੇ ਪੱਲੇ ਨੇ, ਹਉਮੈ ਹੰਕਾਰ ਪੱਲੇ ਹੈ, ਨਸ਼ੇ ਤੇ ਵਿਸ਼ੇ ਕੋਲੇ ਨੇ, ਵੱਧ ਕੁਛ ਨਹੀਂ ਹੈ। ਕਹਿੰਦੇ ਜਦੋਂ ਭਾਗ ਜਾਗੇ ਜੀ ਮੈਂ ਸੰਗਤ ਵਿੱਚ ਆਇਆ, ਮੇਰੀ ਡਿਊਟੀ ਲਾਤੀ ਉਹਨਾਂ ਨੇ ਲੰਗਰ ਦੇ ਵਿੱਚ। ਕਹਿੰਦੇ ਮੈਂ ਖੁਸ਼ੀ ਖੁਸ਼ੀ ਭੋਜਨ ਬਣਾਇਆ ਕਰਨਾ, ਦੋਨੋਂ ਵੇਲੇ ਭੋਜਨ ਬਣਾਉਣਾ। ਤੇ ਕਹਿੰਦੇ ਮੈਂ ਰਾਜੇ ਦੀ ਹਜ਼ੂਰੀ 'ਚ ਲੈ ਕੇ ਆਉਣਾ ਭੋਗ ਲਾਉਣ ਵਾਸਤੇ, ਕਿਉਂਕਿ ਉਹ ਰਾਜਾ ਰੱਬ ਵਰਗਾ ਸੀ। ਉਹਦੇ ਭੋਗ ਤੋਂ ਬਾਅਦ ਉਹਦੀ ਪਰਜਾ ਛਕਦੀ, ਉਹਦੀ ਸੰਗਤ ਛਕਦੀ। ਕਹਿੰਦੇ ਮੈਨੂੰ ਖੁਸ਼ੀ ਹੋਇਆ ਕਰੇ ਵੀ ਮੇਰੀ ਕਿੱਡੇ ਵੱਡੇ ਕਰਮ, ਮੈਨੂੰ ਇੱਕ ਬ੍ਰਹਮ ਗਿਆਨੀ ਰੱਬ ਦੇ ਪਿਆਰੇ ਦੀ ਸੇਵਾ ਮਿਲੀ ਹੈ। ਇੱਕ ਕਾਲ ਨਰਿੰਦੋ ਸੰਤਨ ਨੌਂਦੋ, ਕਰੇ ਰਸੋਈ ਸਾਰ। ਇੱਕ ਸਮਾਂ ਐਸਾ ਆਇਆ ਰਾਜੇ ਜਨਕ ਨੇ ਮੈਨੂੰ ਕੋਲ ਬੁਲਾ ਕੇ ਆਖਿਆ, ਕਹਿੰਦੇ ਕੱਲ ਸਵੇਰੇ ਮੈਂ ਸਾਧੂਆਂ ਨੂੰ ਨਿਉਂਦਾ ਦਿੱਤਾ, ਸਤਿਪੁਰਸ਼ਾਂ ਨੂੰ, ਬੰਦਗੀ ਵਾਲਿਆਂ ਨੂੰ। ਤੂੰ ਏਦਾਂ ਕਰੀ ਅੰਮ੍ਰਿਤ ਵੇਲੇ ਉੱਠ ਕੇ ਭੋਜਨ ਤਿਆਰ ਕਰੀ ਲੰਗਰ ਸੁਚਮਤਾ ਦੇ ਨਾਲ।
रसोई करनी है। मैं कहा जी 7 वचन। कहते साधु भी आ गए। मैं बड़ी शरधा नाल बड़ी भावना दे नाल लंगर तैयार किया, भोजन बनाया भी बंदगी वालियां रूहां ने छकना। हुण ध्यान दे के सुणिओ, ये गल्लां सिੱਖੀ नाल जुड़ियां होईयां। बड़े इज्जत नाल मान दे नाल लंगर तैयार हो गया। कहते ज्यों ज्यों भोजन बनावा मैनूं लगी सी अंतां दी भुख कि मेरा जी करी जाए भी पता नहीं साधा ने कदों चखना है, कदों छकना है। मना मेरिया छाकी लै बड़ा मोटा। पर कहती मैं राजे जनक तो डरदा रहा भी भोग ते लगा नहीं। ध्यान दे के सुनिओ, ये चीज़ां बहुत जरूरी ने। जिस वेले मेरे मन च ख्याल आवे भी भोग नहीं लगा, लख भुख लगी, तू उदों तक नहीं छकना जो राजे जनक ने नहीं छकना। एक मन आवे भी राजा जनक किहड़ा देखदा, सतनाम बेईमान ना मन। भोग लाउण दी की लोड़ है? किहने पुछना, किहने वेखना है? मैं जानदा, मेरा मन जानदा। कहते सुचमता नाल बनाया, किसी साधु ने भोजन नहीं छकिया, अजे रब अगे कोई अरदास नहीं होई। तब मुझ शुद्ध लागे सब हन आगे, कीन दोहराए आहार। कहते मैं की कीता भी चलो राजे नूं ते भोग लगदा रहू, भोग लाउण वास्ते मैं थाल भेजता। कहते उहदे विचों मैं थोड़ा जिहा भोजन लको लिया। भोग लगी जाना, छक ला, भोग ते लगी जाना। भोग वास्ते थाल भेजिया गया। कहते मैं रख लिया भी जे साधा नूं छकाउण लग गया अपने जोगा ते बचना ही नहीं। लालच आ गया ना अंदर। कर्म किड्डे सी, सत्संग विच आया, महापुरखां दी सेवा च आ गया, साधुआं दी संगत मिल गई। पर संगत मिलन तो बाद भी करतूत ते देखो किहड़ी है। मन ऐसा बेईमान होया, कहते मैं एक भांडे विच ना उह समान लगो लिया, बणिया लंगर दा कड़ा जो भी बणिया सी भी इत्थे किहड़ा पता लगना जे साधा नूं वरताया मुक जूगा तो आपां रह जावांगे। मतलब अपने बारे सोचिया। अज भी सानूं ये सोचना चाहिए असीं कित्थे खड़े आ, की कर रहे हैं। जदों कहंदे ओह भोग लगन वास्ते गए, राजे जनक ने थाल वल वेखिया, वो अंतरजामी सी, उहने मेरा दिल पढ़ लिया। कहंदे मैं चुप चपीते पिछों गफ्फा छगिया, मैं अपनी रसोई 'च बैठा रहा भी हुण भोग घंटे नूं लगे, 4 घंटे नूं लगे, अपनी ते मौज आखो सतनाम। कौन जानदा अन्नी दीवे उता चढ़े, इत्थे किहड़ा किसे नूं पता लगना है। नृपने जब जानी गिरा बखाने, झूठी पई रसोई। राजा अंतरजामी सी, जान के कहंदा किहड़े दुष्ट पापी ने रसोई झूठी कीती है। किहने कीती है? जे मैं ते अंदर बैठा सी, उहदी भावना दा प्यासा, वो अंतरजामी सी रब दा रूप। अचनचेत उस राजे ने आवाज दी है कि इस दुष्ट राक्षस पापी ने भोजन झूठा करता। मतलब भोजन नूं भोग लगन तो पहला ही इहने मूंह मार लिया, किने चोरी खादा ए। रिता मिह डारे संत न खुआरे, लाखे औगन मम सोए। कहते मेरा औगण जान के राजे जनक ने उस वेले हुक्म कीता, थाल समेत सारा लंगर सारा भोजन वगदे दरिया च सुੱਟੋ। संतां नूं झूठ गवाउण वालिया तेरा कख ना रहे। आखो सतनाम। राक्षस है, राक्षस गुरु के लंगर चो चीज़ां लुको के खाण वाला सदा ही राक्षस। वो भावें सड़क ते लगा होवे, धार्मिक स्थान ते लगा होवे, किसी धरने ते लगा होवे, जिथे रोज भोग लगदा ना, गुरु अगे अरदास हुंदी है, भोग तो पहला चोरी छुपा के खाण वाले दा की हशर है। वो दस रहे अपने मूँह तो, कहंदे उन्हां कह दिता तू राक्षसां वाला काम कीता ए, साधुआं दा नरादर कीता ए। भैया श्राप देओ पुन भूपत मोहे, कहो वड राक्षस होवो जाए। उस वेले श्राप दे के कहा तू वड्डे तो वड्डा राक्षस बने, तेरी करतूत वड्डी है, तू एडे साधुआं नाल छल कीता, धरोह कीता। कहंदे जी आ श्राप देता सो समा ते उपर ही हो गया। जदों श्राप दिता मैं चरण फड़ लए, मैं कहा मैनूं बख्श दे लो, गलती हो गई मैं मनदा। कहंदे कोई नहीं, फिर राक्षस वड्डा बन के रहेगा, श्राप भी वड्डा है, रब तो बिना तैनूं बख्शना भी किसी ने नहीं। आखो सतनाम। अज बख्शण वास्ते रब प्रभु जी आए हुए ने, जिवें जिवें बख्श रहे ने, जो जो आएगा आउण वाले दिनां विच सुण के आनंद माणांगे। वाहिगुरू 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 वाहिगुरू।